ओके, ਜਦੋਂ ਵੀ ਆਪਾਂ ਕਿਸੇ ਸਿਲੇਬਸ ਨੂੰ ਪੜ੍ਹਦੇ ਆ, ਕਿਸੇ ਚੈਪਟਰ ਨੂੰ ਪੜ੍ਹਦੇ ਆ, ਤਾਂ ਸਾਨੂੰ ਪਹਿਲਾਂ ਉਸ ਦੀ ਵਿਆਖਿਆ ਦੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਆ। ਉਸ ਦੀ ਮੇਨ ਥਿਉਰੀ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਆ, ਕਿਉਂਕਿ ਉਸ ਵਿਆਖਿਆ ਦੇ ਪ੍ਰਤੀ ਅਸੀਂ ਸਵਾਲਾਂ ਨੂੰ ਸਹੀ ਤੇ ਗਲਤ ਚ ਜਵਾਬ ਦੇ ਸਕਦੇ ਹਾਂ। ਲਾਇਸੈਂਸ ਬੀ ਨੂੰ ਕਰਨਾ ਔਖਾ ਨਹੀਂ ਹੈਗਾ, ਬੋਲੀ ਕਿੰਨੀ ਆਂਦੀ ਔਖਾ ਨਹੀਂ ਹੈਗਾ। ਮੇਨ ਚੀਜ਼ ਹੁੰਦੀ ਹੈ ਜੋ ਅਸੀਂ ਪੜ੍ਹ ਰਹੇ ਹਾਂ ਉਹਨੂੰ ਸਮਝਣਾ ਤੇ ਉਹਦੇ ਪ੍ਰਤੀ ਹਰ ਸਵਾਲ ਨੂੰ ਜਵਾਬ ਦੇਣਾ। ਹਰ ਚੀਜ਼ ਦੀ, ਹਰ ਸਿਲੇਬਸ ਦੀ, ਹਰ ਟੌਪਿਕ ਦੀ ਆਪਣੀ ਇੱਕ ਵਿਆਖਿਆ ਬਣੀ ਹੁੰਦੀ ਹੈ, ਜਿਹਨੀ ਉਹਦੀ ਥਿਉਰੀ ਹੁੰਦੀ ਆ। ਜੇ ਅਸੀਂ ਉਹ ਥਿਉਰੀ ਨੂੰ ਯਾਦ ਰੱਖਾਂਗੇ ਨਾ ਤੇ ਉਸ ਦੇ ਉੱਪਰ ਜਿੰਨੇ ਵੀ ਸਵਾਲ ਬਣੇ ਨੇ, ਜਿੰਨੇ ਵੀ ਕੁਇਜ਼ ਬਣੇ ਨੇ, ਤੁਸੀਂ ਜਵਾਬ ਦੇ ਪਾਓਗੇ। ਉਹਨੂੰ ਵੇਰੋ ਤੇ ਉਹਨੂੰ ਫਾਲਸੋ ਚ ਤੁਸੀਂ ਆਪਣਾ ਜਵਾਬ ਦੇ ਪਾਓਗੇ। ਸੋ ਜਿੱਦਾਂ ਕਿ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਆਪਾਂ ਕਲਾਸ ਆਪਣੀ ਸ਼ੁਰੂ ਕਰਾਂਗੇ ਤੇ ਕਲਾਸ ਦੇ ਵਿੱਚ ਜਦੋਂ ਪੜਾਂਗੇ ਸਾਰਿਆਂ ਦੇ ਮਾਈਕ ਆਫ ਹੋਣਗੇ, ਤਾਂ ਕਿ ਕਿਸੇ ਦਾ ਮਾਈਕ ਤੇ ਹੱਥ ਲੱਗੇ ਤਾਂ ਉਹ ਸਾਰੀ ਕਲਾਸ ਡਿਸਟਰਬ ਹੋ ਜਾਂਦੀ ਹੈ, ਵਿੱਚੇ ਰੁਕਣਾ ਪੈਂਦਾ ਨਾ। ਸੋ ਕਲਾਸ ਦੇ ਦੌਰਾਨ ਜਦੋਂ ਪੜ ਰਹੇ ਆ ਆਪਾਂ ਮਾਈਕ ਆਫ ਰੱਖਣੇ ਆ। ਇਧਰੋਂ ਮੈਂ ਆਪਣੇ ਆਪ ਆਫ ਕਰ ਦਾਂਗਾ। ਜੇ ਕਿਸੇ ਨੂੰ ਕੋਈ ਚੀਜ਼ ਦੀ ਕਨਫਿਊਜ਼ਨ ਆ, ਪੁੱਛਣਾ ਚਾਹੁੰਦਾ ਆ, ਨੀਚੇ ਚੈਟ ਨੀਚੇ ਨਾ ਤੁਸੀਂ ਆਪਸ਼ਨ ਦੇਖਿਓ ਮੋਰ ਲਿਖਿਆ ਹੋਏਗਾ, ਉੱਥੇ ਨਾ ਚੈਟ ਬਾਕਸ ਵੀ ਹੈਗਾ। ਤੁਸੀਂ ਹੈਲੋ ਲਿਖ ਸਕਦੇ ਹੋ, ਕੁਝ ਵੀ, ਜਾਂ ਰਾਈਸ ਹੈਂਡ ਕਰ ਸਕਦੇ ਹੋ। ਪਤਾ ਲੱਗ ਜਾਏਗਾ ਕਿ ਹਾਂ ਵੀ ਕਿਹੜਾ ਕੋਈ ਸਟੂਡੈਂਟ ਪੁੱਛਣਾ ਚਾਹੁੰਦਾ ਹੈ। ਸੋ ਪਹਿਲੀ ਕਲਾਸ ਆ, ਵੱਧ ਤੋਂ ਵੱਧ ਫੋਕਸ ਕਰਨਾ ਹੈ ਜੋ ਤੁਹਾਨੂੰ ਸਮਝਾ ਰਹੇ ਆ। ਪੁੱਛਣਾ ਆਪਾਂ ਅੱਗੇ ਚੱਲਦੇ ਪੂਰੀ ਬੁੱਕ 'ਚ ਪੁੱਛਣਾ ਹੀ ਹੈ ਸਭ ਕੁਝ, ਹਰ ਚੀਜ਼ਾਂ ਨੂੰ ਕਲੀਅਰ ਕਰਨੀ। ਲੇਕਿਨ ਪਹਿਲੀ ਕਲਾਸ 'ਚ ਤੁਹਾਡਾ ਧਿਆਨ ਵੱਧ ਤੋਂ ਵੱਧ ਸਮਝਣ ਤੇ ਹੋਵੇ ਜੋ ਮੈਂ ਸਮਝਾ ਰਿਹਾ। ਲਿਖਣਾ ਵੀ ਬਾਅਦ 'ਚ ਕਰਿਓ, ਉਹਦੇ ਲਈ ਮੈਂ ਤੁਹਾਨੂੰ ਬੁੱਕ ਭੇਜਾਂਗਾ, ਤੁਸੀਂ ਫਿਰ ਆਪਣੀ ਬੁੱਕ ਤੇ ਜੋ ਮਰਜ਼ੀ ਕੁਝ ਲਿਖ ਸਕਦੇ ਹੋ। ਸੋ ਅੱਜ ਦੀ ਕਲਾਸ ਦੇ ਵਿੱਚ ਅੱਜ ਆਪਾਂ ਜੋ ਸ਼ੁਰੂ ਕਰਨਾ ਆ, ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਕਾਫੀ ਐਸੇ ਸਿਲੇਬਸ ਨੇ ਜਿਹੜੇ ਬਣੇ ਹੋਏ ਨੇ ਸਿਗਨਲ ਦੇ ਉੱਪਰ, ਤੇ ਕਾਫੀ ਐਸੇ ਚੈਪਟਰ ਜੋ ਵਿਦਆਊਟ ਸਿਗਨਲ ਤੋਂ ਨੇ। ਅਸੀਂ ਜਿਹੜਾ ਸ਼ੁਰੂ ਕਰਾਂਗੇ ਚੈਪਟਰ ਨੰਬਰ 1 ਜੋ ਕਿ ਸਤਰਾਦੇ ਦੇ ਉੱਪਰ ਬਣਿਆ ਹੋਇਆ, ਕਿਉਂਕਿ ਮੇਨ ਚੀਜ਼ ਤਾਂ ਇਹੀ ਆ। ਲਾਇਸੈਂਸ ਆਪਾਂ ਲੈਣ ਲਈ ਜਿਹੜਾ ਸਭ ਤੋਂ ਮੇਨ ਪੁਆਇੰਟ ਹੈਗਾ ਆ, ਆਪਾਂ ਸਭ ਤੋਂ ਪਹਿਲਾਂ ਜੋ ਸਿੱਖਣਾ ਆ ਰੋਡ ਦੇ ਪ੍ਰਤੀ ਸਿੱਖਣਾ ਆ। ਕਿਉਂਕਿ ਜੇ ਸਾਨੂੰ ਰੋਡ ਦੀ ਨੌਲੇਜ ਹੋਏਗੀ ਤਾਂ ਅਸੀਂ ਉਹਦੇ ਅੱਗੇ ਹੋਏ ਬਣੇ ਸਿਲੇਬਸ ਨੂੰ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ। ਤੇ ਯਕੀਨ ਕਰਿਓ ਜੋ ਤੁਸੀਂ ਚੈਪਟਰ ਨੰਬਰ 1 ਚ ਪਹਿਲੇ ਕੁਝ ਸਕੇਦਿਆਂ ਚ ਸੁਣੋਗੇ ਤਾਂ ਪੂਰੀ ਬੁੱਕ ਚ ਪਤਾ ਨਹੀਂ ਕਿੰਨੀ ਕੁ ਵਾਰ ਘੁੰਮਣੀ ਆ ਉਹ ਚੀਜ਼। ਤੇ ਇੱਕ ਇੱਕ ਲਫ਼ਜ਼ ਜੋ ਲਿਖਿਆ ਹੁੰਦਾ ਹੈ ਉਹਨੂੰ ਕਿੰਨੀ ਕੁ ਵਾਰੀ ਬੁੱਕ ਚ ਰਿਪੀਟ ਕੀਤਾ ਗਿਆ, ਤੁਸੀਂ ਖੁਦ ਜਦੋਂ ਸਵਾਲ ਪੜੋਗੇ ਉਸ ਚੀਜ਼ ਨੂੰ ਨੋਟ ਕਰੋਗੇ। ਸੋ ਜਦੋਂ ਤੁਸੀਂ ਇੱਕ ਸਵਾਲ ਦੇ ਵਿੱਚ ਇੱਕ ਵਰਡ ਬਾਰ-ਬਾਰ ਸੁਣੋਗੇ ਨਾ, ਤੁਹਾਨੂੰ ਆਟੋਮੈਟਿਕ ਉਹਦੀ ਆਦਤ ਬਣ ਜਾਂਦੀ ਹੈ, ਉਹਦੀ ਟਰਾਂਸਲੇਟ ਤੁਹਾਨੂੰ ਆਪਣੇ ਆਪ ਆਣੀ ਸ਼ੁਰੂ ਹੋ ਜਾਂਦੀ ਹੈ। ਸੋ ਜਿੱਦਾਂ ਕਿ ਮੈਂ ਦੱਸ ਰਿਹਾ ਸੀਗਾ ਕਿ ਪਹਿਲੀ ਕਲਾਸ ਦੇ ਵਿੱਚ ਅਸੀਂ ਜੋ ਡੈਮੋ ਕਲਾਸ ਜਿਹਨੂੰ ਕਹਿ ਦਈਏ, ਜਿਹਦੇ ਚ ਸਤਰਾਦੇ ਦੀ ਡੈਫੀਨੇਸ਼ਨ ਜੋ ਆ, ਸਤਰਾਦੇ ਦੇ ਪਾਰਟਸ ਜੋ ਹੁੰਦੇ ਨੇ ਉਹਨਾਂ ਦੇ ਬਾਰੇ ਸਮਝਾਂਗੇ, ਕਿਉਂਕਿ ਸਭ ਤੋਂ ਮੇਨ ਚੀਜ਼ ਸਭ ਤੋਂ ਪਹਿਲਾਂ ਸਾਡੇ ਲਈ ਇਹੀ ਆ। ਹੁਣ ਇਹਦੇ ਵਿੱਚ ਦੋ ਹਿੱਸੇ ਹੁੰਦੇ ਆ, ਸਤਰਾਦਾ ਤੇ ਕਰਰੇ ਜਾਤਾ। ਅਸੀਂ ਦੋਨਾਂ ਨੂੰ ਕਲੀਅਰ ਕਰਾਂਗੇ ਕਿ ਸਤਰਾਦਾ ਕੀ ਹੁੰਦਾ ਹੈ, ਕਰਰੇ ਜਾਤਾ ਕੀ ਹੁੰਦਾ। ਕਿਉਂਕਿ ਜਦੋਂ ਆਪਾਂ ਰੋਡ ਤੇ ਚੱਲਦੇ ਆ ਆਪਾਂ ਸਾਰੇ ਨੂੰ ਇੱਕੋ ਹੀ ਚੀਜ਼ ਗਿਣਦੇ ਆ, ਸੜਕ ਆ, ਆਪਾਂ ਉਹਨੂੰ ਸੜਕ ਹੀ ਕਹਿ ਦਿੰਦੇ ਆ, ਜਾਂ ਆਪਾਂ ਉਹਨੂੰ ਰਸਤਾ ਕਹਿ ਦਿੰਦੇ ਆ, ਜਾਂ ਉਹਨੂੰ ਆਪਾਂ ਰੋਡ ਕਹਿ ਦਿੰਦੇ ਆ। ਲੇਕਿਨ ਜਦੋਂ ਆਪਾਂ ਥਿਉਰੀ ਦੇ ਹਿਸਾਬ ਨਾਲ ਚੱਲਣਾ ਆ ਤੇ ਉਹਦੇ ਸਵਾਲਾਂ ਨੂੰ ਜਵਾਬ ਦੇਣਾ ਆ, ਤਾਂ ਉਹ ਤੁਸੀਂ ਤਾਂ ਦੇ ਪਾਓਗੇ ਜੇ ਸਾਨੂੰ ਰੋਡ ਦੀ ਡੈਫੀਨੇਸ਼ਨ ਪਤਾ ਹੋਏਗੀ। ਤੇ ਅੱਜ ਅਸੀਂ ਉਹੀ ਚੀਜ਼ ਸਿੱਖਾਂਗੇ ਕਿ ਰੋਡ ਦੀ ਡੈਫੀਨੇਸ਼ਨ ਹੈ ਕੀ ਆ, ਕਿਸ ਤਰ੍ਹਾਂ ਦਾ ਕਿਹਨੂੰ ਬੋਲਿਆ ਗਿਆ, ਔਰ ਸਤਰਾਦੇ ਅੰਦਰ ਕਿਹੜੇ ਕਿਹੜੇ ਪਾਰਟਸ ਬਣੇ ਹੋਏ ਨੇ, ਕਿਹੜਾ ਪਾਰਟਸ ਕਿਸ ਕੰਮ ਦੀ ਵਰਤੋਂ ਲਈ ਕੀਤਾ ਗਿਆ, ਔਰ ਕਰਰੇ ਜਾਤਾ ਕਿਉਂ ਆ ਤੇ ਉਸ ਨੂੰ ਕਿਸ ਕੰਮ ਲਈ ਬਣਾਇਆ ਗਿਆ ਆ। ਦੇਖੋ ਜਿਹੜਾ ਪੂਰਾ ਰੋਡ ਬਣਿਆ ਹੁੰਦਾ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇਹ ਜਿਹੜਾ ਪੂਰਾ ਰੋਡ ਸਾਡੇ ਸਾਹਮਣੇ ਬਣਿਆ ਹੋਇਆ ਆ, ਇਸ ਪੂਰੇ ਰੋਡ ਨੂੰ ਨਾਮ ਦਿੱਤਾ ਜਾਂਦਾ ਆ ਸਤਰਾਦਾ। ਜਿੱਦਾਂ ਇੱਕ ਪੂਰੀ ਸੜਕ ਆ, ਇਹ ਪੂਰੀ ਸੜਕ ਗੱਡੀਆਂ ਲਈ ਨਹੀਂ ਹੈਗੀ। ਸਾਡੀ ਗੱਡੀਆਂ, ਟਰੱਕ, ਵਹੀਕਲ, ਪੈਦਲ,
ਇਹ ਸਾਰੀ ਇੱਕੋ ਦੇ ਚੀਜ਼ ਚੱਲਣ ਲਈ ਨਹੀਂ ਹੈਗੀ, ਇਹਦੇ 'ਚ ਵੱਖ-ਵੱਖ ਪਾਰਟਸ ਹੁੰਦੇ ਨੇ, ਹਿੱਸੇ ਹੁੰਦੇ ਆ। ਤੇ ਸਭ ਤੋਂ ਮੇਨ ਚੀਜ਼ ਉਹੀ ਆ, ਹਿੱਸਿਆਂ ਨੂੰ ਸਮਝਣਾ ਤੇ ਉਹ ਹਿੱਸਾ ਕਿਸ ਕੰਮ ਦੇ ਵਰਤੋਂ ਲਈ ਬਣਿਆ, ਉਹ ਚੀਜ਼ ਮੇਨ ਆਪਾਂ ਜਿਹੜੀ ਸਮਝਾਂਗੇ। ਸੋ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ, ਪੂਰੇ ਦੇ ਪੂਰੇ ਰੋਡ ਨੂੰ ਬੁਲਾਇਆ ਜਾਂਦਾ ਆ ਸਤਰਾਹ ਦਾ। ਜਿਹੜੀ ਪੂਰੀ ਸੜਕ ਆ ਜਿਹਦੇ ਅੰਦਰ ਹੀ ਸਭ ਕੁਝ ਬਣਿਆ ਹੁੰਦਾ, ਉਹਨੂੰ ਅਸੀਂ ਸਤਰਾਦਾ ਬੋਲਦੇ ਹਾਂ। ਸਤਰਾਦਾ ਮਤਲਬ ਕਿ ਇੱਕ ਪੂਰਾ ਰਸਤਾ। ਪੂਰੇ ਰਸਤੇ ਦੇ ਅੰਦਰ ਜਿੱਦਾਂ ਤੁਸੀਂ ਦੇਖ ਰਹੇ ਹੋ, ਵੱਖ-ਵੱਖ ਹਿੱਸੇ ਬਣੇ ਹੋਏ ਨੇ। ਬੰਕੀਨਾ ਬਣਿਆ ਹੋਇਆ, ਇੱਕ ਐਮਰਜੈਂਸੀ ਟਰੈਕ ਬਣਿਆ ਹੋਇਆ, ਕਰਰੇਜਾਤਾ ਬਣਿਆ ਹੋਇਆ ਆ, ਬੰਕੀਨਾ ਬਣਿਆ ਹੋਇਆ ਆ, ਜਾਂ ਫਿਰ ਪਿਸਤਾ ਚਿਕਲਾਬੀਲੇ ਬਣਿਆ ਹੋਇਆ। ਇਹ ਕਿਹਦੇ ਪਾਰਟਸ ਨੇ ਤੇ ਕਿਹਦੇ ਵਿੱਚ ਗਿਣੇ ਜਾਂਦੇ ਆ, ਇਹ ਸਾਨੂੰ ਕਿੱਦਾਂ ਪਤਾ ਚੱਲੇਗਾ? ਇਹੀ ਚੀਜ਼ ਨੂੰ ਅਸੀਂ ਹੁਣ ਸਮਝਾਂਗੇ ਧਿਆਨ ਨਾਲ। ਸਭ ਤੋਂ ਪਹਿਲਾਂ ਅਸੀਂ ਇੱਕ ਚੀਜ਼ ਨੋਟ ਕਰਨੀ ਹੈ, ਸਤਰਾਦਾ ਪੂਰੀ ਸੜਕ ਨੂੰ ਬੋਲਿਆ ਗਿਆ ਤੇ ਕਰਰੇਜਾਤਾ, ਇਹਦੇ ਚ ਦੋ ਪਾਰਟ ਮੇਨ ਨੇ, ਸਤਰਾਦਾ ਤੇ ਕਰਰੇਜਾਤਾ। ਸਤਰਾਦਾ ਹੁੰਦਾ ਆ ਪੂਰਾ ਰੋਡ ਜਿਹਦੇ ਅੰਦਰ ਸਭ ਕੁਝ ਸ਼ਾਮਿਲ ਆ, ਜਿਹਦੇ ਅੰਦਰ ਇਹ ਸਭ ਕੁਝ ਬਣਿਆ ਪਿਆ। ਤੇ ਕਰਰੇਜਾਤਾ ਕਿਹਨੂੰ ਕਹਿੰਦੇ ਨੇ? ਜਿਹੜਾ ਹਿੱਸਾ ਹੈ ਸੜਕ ਵਾਲਾ, ਜਿੱਥੇ ਗੱਡੀਆਂ ਵਹੀਕਲ ਚੱਲਦੇ ਨੇ। ਅਸੀਂ ਇਹ ਵੀ ਧਿਆਨ ਚ ਰੱਖਣਾ ਕਿ ਕਰਰੇਜਾਤਾ ਕਿਸ ਪੁਆਇੰਟ ਤੱਕ ਸੀਮਤ ਹੁੰਦਾ ਹੈ, ਜਿਹਨੂੰ ਰਸਤਾ ਕਹਿ ਦਿੰਦੇ ਆ। ਜਿਹੜਾ ਕਰਰੇਜਾਤਾ ਹੁੰਦਾ ਆ ਉਹ ਕਿਸ ਪੁਆਇੰਟ ਤੇ ਹੁੰਦਾ, ਕਿੱਥੋਂ ਸ਼ੁਰੂ ਹੁੰਦਾ ਜਾਂ ਕਿੱਥੇ ਤੱਕ ਬਣਿਆ, ਉਹ ਸਾਰੀਆਂ ਚੀਜ਼ਾਂ ਅਸੀਂ ਦੇਖਾਂਗੇ। ਸੋ ਮੇਨ ਕਰਰੇਜਾਤਾ ਜਿਹੜਾ ਹੁੰਦਾ ਨਾ, ਕਰਰੇਜਾਤਾ ਹੁੰਦਾ ਸਾਡੀ ਆਵਾਜਾਈ ਲਈ, ਜਿੱਦਾਂ ਕਿ ਸਾਈਕਲ, ਟਾਂਗੇ, ਗੱਡੀਆਂ, ਟਰੱਕ, ਟਰਾਲੇ, ਬੱਸਾਂ ਜੋ ਚਲਦੀਆਂ ਨੇ ਨਾ, ਜੋ ਇੱਕ ਲੁੱਕ ਵਾਲਾ ਹਿੱਸਾ ਹੁੰਦਾ, ਜੋ ਸੜਕ ਹੁੰਦੀ ਆ, ਇਹ ਹੈਗੀ ਏ ਆਵਾਜਾਈ ਦੇ ਲਈ। ਪਰ ਸਾਨੂੰ ਅਸੀਂ ਕਈ ਵਾਰੀ ਕਨਫਿਊਜ਼ ਹੋਏ ਨੇ ਕਿ ਸਤਰਾਦਾ ਕਰਰੇਜਾਤਾ ਇੱਕੋ ਚੀਜ਼ ਆ। ਨਹੀਂ, ਕਰਰੇਜਾਤਾ ਕੁਝ ਪੁਆਇੰਟਾਂ ਤੱਕ ਸੀਮਤ ਹੁੰਦਾ ਆ। ਤੁਸੀਂ ਕਦੇ ਵੀ ਨੋਟ ਕਰਿਓ, ਇਟਲੀ ਦੀ ਜਿਹੜੀ ਮਰਜ਼ੀ ਸੜਕ ਤੇ ਚੱਲਿਓ, ਤੁਸੀਂ ਨੋਟ ਕਰਿਓ ਉਸ ਰੋਡ ਦੀ ਇੱਕ ਸੱਜੀ ਸਾਈਡ ਲਾਈਨ ਵੱਜੀ ਹੁੰਦੀ ਹੈ ਤੇ ਇੱਕ ਖੱਬੀ ਸਾਈਡ। ਇਸ ਲਾਈਨਾਂ ਦੇ ਅੰਦਰ ਜੋ ਹਿੱਸਾ ਹੁੰਦਾ ਹੈ ਨਾ, ਉਹ ਕਰਰੇਜਾਤਾ ਹੁੰਦਾ ਹੈ। ਪੂਰਾ ਰੋਡ ਆ, ਲੇਕਿਨ ਕਰਰੇਜਾਤਾ ਕਿੱਥੇ ਹੁੰਦਾ ਹੈ? ਲਾਈਨਾਂ ਦੇ ਅੰਦਰ, ਜਿੱਥੇ ਆਵਾਜਾਈ ਚੱਲਦੀ ਆ। ਹੁਣ ਅਸੀਂ ਸਾਰੇ ਪਾਰਟਸ ਨੂੰ ਸਮਝਾਂਗੇ ਤੇ ਫਿਰ ਉਹਨਾਂ ਦੀ ਕੱਲੀ-ਕੱਲੀ ਚੀਜ਼ ਦੇ ਬਾਰੇ ਜਾਣਕਾਰੀ ਕਰਾਂਗੇ। ਸੋ ਪੂਰੇ ਰੋਡ ਦੇ ਅੰਦਰ ਕਾਫੀ ਹਿੱਸੇ ਬਣੇ ਹੁੰਦੇ ਆ, ਜਿੱਦਾਂ ਕਿ ਮਾਰਚਾਪੀਏਦੇ, ਪਿਸਤਾ ਚਿਕਲਾਬੀਲੇ, ਕਰਰੇਜਾਤਾ, ਕੋਰਸੇ ਦੀ ਐਮਰਜੈਂਸਾ ਜਾਂ ਬੰਕੀਨੇ। ਹੁਣ ਇਹ ਸਾਰੇ ਪਾਰਟਸ ਜਿਹੜੇ ਮੈਂ ਨਾਮ ਬੋਲੇ ਨੇ, ਇਹ ਪੂਰੇ ਸਤਰਾਦੇ ਚ ਆਉਂਦੇ ਆ, ਲੇਕਿਨ ਇਹ ਪਾਰਟਸ ਕਿਹੜਾ ਕਿਸ ਕੰਮ ਦੀ ਵਰਤੋਂ ਲਈ ਆ, ਅਸੀਂ ਉਹਨੂੰ ਸਮਝਣਾ ਆ। ਸੋ ਮੈਂ ਫਿਰ ਉਹੀ ਚੀਜ਼ ਰਿਪੀਟ ਕਰਾਂਗਾ, ਇਹਦੇ ਚ ਦੋ ਪਾਰਟ ਹੁੰਦੇ ਆ, ਇੱਕ ਜੋ ਪੂਰਾ ਸਤਰਾਦਾ ਹੈ, ਇੱਕ ਜੋ ਕਰਰੇਜਾਤਾ ਹੈ। ਸੋ ਧਿਆਨ ਚ ਰੱਖਣਾ, ਕਰਰੇਜਾਤਾ ਉਸ ਹਿੱਸਿਆਂ ਦੇ ਵਿੱਚ ਬਣਿਆ ਹੋਇਆ ਆ ਜਿੱਥੇ ਰੋਡ ਆ ਤੇ ਰੋਡ ਦੀ ਸਾਈਡਾਂ ਵਾਲੀ, ਕਿਨਾਰੇ ਵਾਲੀ ਜੋ ਲਾਈਨਾਂ ਬਣੀਆਂ ਹੋਈਆਂ ਨੇ। ਕੱਲੀ-ਕੱਲੀ ਚੀਜ਼ ਨੂੰ ਕਲੀਅਰ ਕਰਾਂਗੇ, ਰੋਡ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਸਾਰਾ ਕੁਝ ਦੇਖਾਂਗੇ। ਪਹਿਲੀ ਕਲਾਸ ਆ, ਸੋ ਸਾਨੂੰ ਇਸ ਹਿਸਾਬ ਨਾਲ ਚੱਲਾਂਗੇ ਤਾਂ ਸਾਨੂੰ ਹਰ ਚੀਜ਼ ਸਮਝ ਆਏਗੀ, ਪਤਾ ਲੱਗੇਗਾ, ਕਿਉਂਕਿ ਮੇਨ ਰੋਡ ਹੀ ਆ। ਜਦੋਂ ਰੋਡ ਸਾਡੇ ਸਮਝ ਚ ਆ ਗਿਆ, ਤੁਸੀਂ ਅੱਗੇ ਵਾਲਾ ਸਿਲੇਬਸ ਆਪਣੇ ਆਪ ਸਮਝਣਾ ਸ਼ੁਰੂ ਕਰ ਦੇਣਾ। ਸੋ ਗੱਲ ਕਰਦੇ ਆ ਕਿ ਜਿਹੜੇ ਸਾਰੇ ਪਾਰਟਸ ਨੇ, ਇਹ ਕਿਹੜਾ ਪਾਰਟਸ ਕਿਹੜੇ ਕੰਮ ਦੇ ਵਰਤੋਂ ਲਈ ਆ ਤੇ ਉਹ ਕਿਸ ਦੇ ਹਿੱਸੇ ਆਂਦਾ ਆ। ਸੋ ਪਹਿਲਾਂ ਅਸੀਂ ਪਾਰਟਸ ਦੀ ਜਾਣਕਾਰੀ ਲੈਣੇ ਆ, ਜੋ ਹਿੱਸੇ ਨੇ। ਫਿਰ ਇਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿ ਕਿਹੜਾ ਹਿੱਸਾ ਕਿਹਦੇ ਵਿੱਚ ਗਿਣਿਆ ਗਿਆ। ਸ਼ੁਰੂ ਕਰਦੇ ਆ ਮਾਰਚਾਪੀਏਦੇ। ਦੇਖੋ, ਜਿਹੜਾ ਮਾਰਚਾਪੀਏਦੇ ਹੁੰਦਾ ਹੈ ਨਾ, ਮਾਰਚਾਪੀਏਦੇ ਇੱਕ ਉਹ ਹਿੱਸਾ ਆ ਜਿਹੜਾ ਪੈਦਲਾਂ ਦੇ ਚੱਲਣ ਲਈ ਬਣਿਆ ਹੁੰਦਾ, ਜਿਹਨੂੰ ਅਸੀਂ ਪੰਜਾਬੀ ਚ ਕਹਿ ਦਈਏ ਫੁੱਟਪਾਥ।
ਜਿਹੜਾ ਮਾਰਚਾ ਪਿਏਦੇ ਆ, ਜੇ ਸਾਡੇ ਸਾਹਮਣੇ ਕਿਹਾ ਜਾਵੇ ਮਾਰਚਾ ਪਿਏਦੇ ਕੀ ਆ, ਤਾਂ ਅਸੀਂ ਕਹਿਣਾ ਮਾਰਚਾ ਪਿਏਦੇ ਉਹ ਹਿੱਸਾ ਆ ਜਿਹੜਾ ਪੈਦਲਾਂ ਦੇ ਚੱਲਣ ਲਈ ਬਣਿਆ ਹੁੰਦਾ ਹੈ। ਮਾਰਚਾ ਮਤਲਬ ਚੱਲਣਾ, ਪਿਏਦੇ ਪੈਦਲ, ਪੈਦਲਾਂ ਦੀ ਚੱਲਣ ਵਾਲਾ ਰਸਤਾ, ਉਹਨੂੰ ਕਹਿੰਦੇ ਨੇ ਮਾਰਚਾ ਪਿਏਦੇ। ਫਿਰ ਸਤਰਾਦੇ ਦੇ ਅੰਦਰ ਇੱਕ ਹੋਰ ਐਸਾ ਹਿੱਸਾ ਪਿਸਤਾ ਚਿਕਲਾਬੀਲੇ। ਪਿਸਤਾ ਚਿਕਲਾਬੀਲੇ ਹੁੰਦਾ ਰਸਤਾ ਸਾਈਕਲਾਂ ਦਾ, ਯਾਨੀ ਕਿ ਇੱਕ ਐਸਾ ਰਸਤਾ ਜਿਹਦੇ ਉੱਪਰ ਸਿਰਫ ਸਾਈਕਲਾਂ ਚੱਲਦੀਆਂ ਨੇ। ਜਿੱਦਾਂ ਤੁਸੀਂ ਇੱਥੇ ਨੋਟ ਕਰਿਓ, ਤੁਸੀਂ ਇੱਕ ਚੀਜ਼ ਨੋਟ ਕਰਦੇ ਰਹੋ ਨਾਲ ਨਾਲ, ਇਸ ਪੁਆਇੰਟ ਤੱਕ ਹੈਗਾ ਕਰਰੇ ਜਾਤਾ, ਤੇ ਹਲੇ ਤੋਂ ਜੋ ਦੋ ਚੀਜ਼ਾਂ ਤੁਹਾਨੂੰ ਮੈਂ ਨੋਟ ਕਰਾ ਰਿਹਾ ਉਹ ਲਾਈਨਾਂ ਤੋਂ ਬਾਹਰ ਨੇ। ਤਾਂ ਜਿਹੜੀ ਕਰਰੇ ਜਾਤੇ ਤੋਂ ਬਾਹਰ ਹੋਏਗੀ ਤਾਂ ਅਸੀਂ ਉਹਨੂੰ ਕਿਹਦਾ ਹਿੱਸਾ ਮੰਨਾਂਗੇ? ਸਤਰਾਦੇ ਦਾ, ਕਿਉਂਕਿ ਦੋ ਹੀ ਹਿੱਸੇ ਨੇ, ਇੱਕ ਕਰਰੇ ਜਾਤਾ, ਇੱਕ ਸਤਰਾਦਾ। ਹੁਣ ਮੈਂ ਤੁਹਾਨੂੰ ਪਹਿਲਾਂ ਮਾਰਚਾ ਪਿਏਦੇ ਦੱਸਿਆ, ਉਹ ਵੀ ਲਾਈਨ ਤੋਂ ਬਾਹਰ ਬਣੇ ਆ। ਫਿਰ ਤੁਹਾਨੂੰ ਪਿਸਤਾ ਚਿਕਲਾਬੀਲੇ ਸਮਝਾ ਰਿਹਾ, ਉਹ ਵੀ ਲਾਈਨ ਤੋਂ ਬਾਹਰ ਆ, ਯਾਨੀ ਕਿ ਉਹ ਕਿਹਦੇ ਚ ਗਿਣਿਆ ਜਾ ਰਿਹਾ ਆ? ਸਤਰਾਦੇ ਚ। ਤੇ ਪਿਸਤਾ ਚਿਕਲਾਬੀਲੇ ਕਿਹਦੇ ਚੱਲਣ ਲਈ ਆ? ਸਾਈਕਲਾਂ ਦੇ ਚੱਲਣ ਲਈ। ਫਿਰ ਸਤਰਾਦੇ ਦੇ ਅੰਦਰ ਇੱਕ ਪਾਰਟ ਆਂਦਾ ਆ ਕਰਰੇ ਜਾਤਾ ਮੇਨ, ਜਿਹਦੇ ਉੱਪਰ ਗੱਡੀਆਂ, ਸਾਈਕਲਾਂ, ਟਰੱਕ, ਬੱਸਾਂ ਚੱਲਦੀਆਂ ਨੇ। ਕਰਰੇ ਜਾਤਾ ਉਹ ਹਿੱਸਾ ਆ ਜਿਹਨੂੰ ਆਪਾਂ ਕਹਿੰਦੇ ਆ ਸੜਕ। ਤੇ ਕਰਰੇ ਜਾਤਾ ਕਿੱਥੇ ਤੱਕ ਸੀਮਤ ਆ? ਇਹ ਮੈਂ ਪਹਿਲਾਂ ਵੀ ਜਿੱਦਾਂ ਸਮਝਾਇਆ ਸੀਗਾ, ਕਰਰੇ ਜਾਤਾ ਸੀਮਤ ਹੁੰਦਾ ਆ ਸਾਈਡ ਵਾਲੀ ਕਿਨਾਰਿਆਂ ਦੀ ਲਾਈਨਾਂ ਦੇ ਅੰਦਰ। ਤੁਸੀਂ ਕਿਸੇ ਵੀ ਰੋਡ 'ਚ ਚਲੇ ਜਾਓ, ਤੁਸੀਂ ਅੱਜ ਤੋਂ ਬਾਅਦ ਨਾ ਰੋਡ ਤੇ ਚੱਲੋਗੇ ਨਾ, ਤੁਸੀਂ ਨੋਟ ਕਰਿਓ, ਤੁਹਾਨੂੰ ਉਸ ਰੋਡ ਦੀ ਕਿਨਾਰਿਆਂ ਤੇ ਨਾ ਕੰਟੀਨਿਊ ਲਾਈਨਾਂ ਮਿਲਣਗੀਆਂ। ਤਾਂ ਯਾਦ ਰੱਖਿਓ ਕਿ ਉਹ ਇਹ ਤੁਹਾਨੂੰ ਸਮਝਾ ਰਹੀ ਆ ਕਿ ਲਾਈਨਾਂ ਦੇ ਅੰਦਰ ਅੰਦਰ ਕਰੇ ਜਾਤਾ, ਲਾਈਨਾਂ ਤੋਂ ਬਾਹਰ ਸਤਰਾਦਾ ਸ਼ੁਰੂ ਹੋ ਜਾਂਦਾ ਹੈ, ਸਤਰਾਦੇ ਦੇ ਪਾਰਟ ਸ਼ੁਰੂ ਹੋ ਜਾਂਦੇ ਨੇ। ਸੋ ਕਰਰੇ ਜਾਤਾ ਜੇ ਸਾਡੇ ਕੋਲ ਪੁੱਛਿਆ ਜਾਵੇ ਕਾਦੇ ਲਈ ਹੁੰਦਾ, ਤਾਂ ਕਰਰੇ ਜਾਤਾ ਹੈ ਸਾਰਿਆਂ ਦੇ ਚੱਲਣ ਲਈ। ਉਹ ਚਾਹੇ ਫਿਰ ਗੱਡੀ ਆ, ਚਾਹੇ ਮੋਟਰਸਾਈਕਲ ਆ, ਚਾਹੇ ਜਾਨਵਰ ਨੇ, ਸਾਰਿਆਂ ਦੇ ਚੱਲਣ ਲਈ ਸੜਕ ਬਣੀ ਆ, ਤੇ ਸੜਕ ਨੂੰ ਕਰਰੇ ਜਾਤਾ ਬੋਲਿਆ ਜਾਂਦਾ। ਫਿਰ ਨਾ ਕਰਰੇ ਜਾਤੇ ਦੇ ਅੰਦਰ ਕੋਰਸੀਏ ਹੁੰਦੇ ਨੇ। ਕੋਰਸੀਏ ਕਹਿੰਦੇ ਨੇ ਟਰੈਕਾਂ ਨੂੰ, ਯਾਨੀ ਕਿ ਟਰੈਕ। ਕਿਹੜੇ ਕਿਹੜੇ ਟਰੈਕ ਹੁੰਦੇ ਆ? ਉਹ ਰੋਡ ਦੇ ਅੰਦਰ ਸਾਨੂੰ ਬਣੇ ਹੋਏ ਮਿਲਦੇ ਆ, ਜਿੱਥੇ ਇੱਥੇ ਐਗਜ਼ਾਮਪਲ ਤੌਰ ਤੇ ਤੁਸੀਂ ਦੋ ਟਰੈਕ ਦੇਖ ਰਹੇ ਹੋ। ਕੋਰਸੀਏ ਬੋਲਿਆ ਜਾਂਦਾ ਆ ਟਰੈਕ, ਯਾਨੀ ਕਿ ਰੋਡ ਦੀ ਲਾਈਨ। ਫਿਰ ਦੋ ਕਿਸਮਾਂ ਦੇ ਟਰੈਕ ਹੁੰਦੇ ਆ। ਅਸੀਂ ਅੱਗੇ ਜਾ ਕੇ ਇਹਨਾਂ ਦੇ ਬਾਰੇ, ਟਰੈਕਾਂ ਦੇ ਬਾਰੇ ਸਾਰੀ ਨੌਲੇਜ ਕਰਾਂਗੇ, ਲੇਕਿਨ ਇੱਥੇ ਸਿਰਫ ਆਪਾਂ ਇਹ ਸਮਝ ਰਹੇ ਹਾਂ ਕਿ ਕਰਰੇ ਜਾਤੇ ਦੇ ਅੰਦਰ ਟਰੈਕ ਹੁੰਦੇ ਨੇ। ਤਾਂ ਜੇਕਰ ਸਾਨੂੰ ਇੱਥੇ ਦੋ ਟਰੈਕ ਮਿਲ ਰਹੇ, ਉਹ ਕਾਦੇ ਕੰਮ ਲਈ ਨੇ? ਜਿਹੜਾ ਦੇਖੋ ਸੱਜੀ ਸਾਈਡ ਟਰੈਕ ਆ, ਜਿੱਦਾਂ ਇੱਥੇ ਸਾਰਿਆਂ ਨੂੰ ਪਤਾ ਹੋਏਗਾ ਕਿ ਇਟਲੀ ਦੇ ਅੰਦਰ ਜਿਹੜੇ ਮਰਜ਼ੀ ਰੋਡ ਤੇ ਚੱਲੋ, ਸਾਡੀ ਸਾਈਡ ਕਿਹੜੀ ਆ? ਦੈਸਤਰਾ ਸਾਈਡ, ਅਸੀਂ ਸੱਜੇ ਹੱਥ ਚੱਲਦੇ ਹਾਂ। ਜੇ ਸਾਡੇ ਰੋਡ ਦੇ ਉੱਪਰ ਦੋ ਟਰੈਕ ਬਣੇ ਨੇ, ਤਾਂ ਉਹਦੇ ਚ ਇੱਕ ਟਰੈਕ ਹੁੰਦਾ ਨੋਰਮਲ ਚੱਲਣ ਲਈ, ਇੱਕ ਹੁੰਦਾ ਆ ਓਵਰਟੇਕ ਕਰਨ ਲਈ। ਹੁਣ ਜੇ ਅੱਗੇ ਤੁਹਾਡੇ ਕੋਈ ਗੱਡੀ ਚੱਲਦੀ ਆ, ਤੁਸੀਂ ਉਹਨੂੰ ਓਵਰਟੇਕ ਕਰਦੇ ਹੋ, ਓਵਰਟੇਕ ਕਰਨ ਲਈ ਕਿੱਧਰ ਜਾਣਾ ਪੈਂਦਾ ਆ? ਸਿਨਿਸਤਰਾ ਸਾਈਡ, ਯਾਨੀ ਕਿ ਖੱਬੀ ਸਾਈਡ। ਇੱਥੇ ਜਿਹੜੇ ਕੋਰਸੀਏ ਹੁੰਦੇ ਨੇ ਦੋ ਕਿਸਮਾਂ ਦੇ, ਫਿਲਹਾਲ ਤੁਹਾਨੂੰ ਸਮਝਾਣਾ। ਕੋਰਸੀਆ ਦੀ ਮਾਰਚਾ ਹੁੰਦਾ ਆ ਨੋਰਮਲ ਚੱਲਣ ਦੇ ਲਈ ਟਰੈਕ। ਹੁਣ ਜੇ ਮੈਂ ਕਿਸੇ ਤੋਂ ਗੱਡੀ ਅੱਗੇ ਨਹੀਂ ਕੱਢਣੀ, ਤਾਂ ਮੈਂ ਨੋਰਮਲ ਟਰੈਕ ਤੇ ਚੱਲਣਾ ਦੈਸਤਰਾ ਵਾਲੇ। ਮੈਂ ਅਗਰ ਅਗਲੀ ਗੱਡੀ ਨੂੰ ਓਵਰਟੇਕ ਕਰਨਾ ਹੈ, ਤਾਂ ਜਿਹੜਾ ਮੇਰੀ ਸਾਈਡ ਸਿਨਿਸਤਰਾ ਖੱਬੀ ਸਾਈਡ ਟਰੈਕ ਦਿੱਤਾ, ਉਹ ਮੇਰੇ ਓਵਰਟੇਕ ਲਈ ਹੁੰਦਾ, ਤੇ ਮੈਂ ਉਸ ਟਰੈਕ ਨੂੰ ਵਰਤੋਂ ਕਰਕੇ ਅੱਗੇ ਜਾ ਸਕਦਾ। ਤੇ ਹੁਣ ਇਹ ਕੋਰਸੀਏ ਤੁਹਾਡੇ ਹਿਸਾਬ ਨਾਲ ਕਿਸ ਹਿੱਸੇ ਦੇ ਅੰਦਰ ਆ ਰਹੇ ਨੇ? ਨੋਰਮਲ ਆ, ਕਿਹਦੇ ਅੰਦਰ ਬਣੇ ਹੋਏ ਨੇ? ਕਰਰੇ ਜਾਤੇ ਦੇ ਅੰਦਰ।
ਸੋ ਕੋਰਸੀਏ ਕਾਦੇ ਕੰਮ ਲਈ ਹੁੰਦੇ ਨੇ? ਨਾਰਮਲ ਚੱਲਣ ਲਈ ਜਾਂ ਓਵਰਟੇਕ ਕਰਨ ਲਈ। ਕੋਰਸੀਏ ਕਾਫੀ ਕਿਸਮਾਂ ਦੇ ਹੁੰਦੇ ਨੇ। ਕੋਰਸੀਆ ਇੱਕ ਬੱਸ ਦੇ ਲਈ ਵੀ ਚੱਲਣ ਵਾਲਾ ਹੁੰਦਾ ਹੈ, ਕਿਸੇ ਖਾਸ ਵਹੀਕਲ ਦੇ ਲਈ ਰਿਜ਼ਰਵ ਵੀ ਹੁੰਦਾ ਹੈ, ਤੇ ਇੱਕ ਸਪੈਸ਼ਲ ਕੋਰਸੀਆ ਹੁੰਦਾ ਆ ਜਿਹਦਾ ਨਾਮ ਆ ਕੋਰਸੀਆ ਦੀ ਐਮਰਜੈਂਸਾ। ਹਾਂਜੀ, ਕੋਰਸੀਆ ਦੀ ਐਮਰਜੈਂਸਾ ਕਾਦੇ ਲਈ ਹੁੰਦਾ ਹੈ? ਕੋਰਸੀਆ ਦੀ ਐਮਰਜੈਂਸਾ ਹੁੰਦਾ ਆ ਐਮਰਜੈਂਸੀ ਟਰੈਕ ਜੋ ਕਿ ਇਟਲੀ ਦੇ ਹਾਈਵੇ ਰੋਡਾਂ ਤੇ ਪਾਇਆ ਜਾਂਦਾ ਹੈ। ਇਹ ਕੋਰਸੀਆ ਦੀ ਐਮਰਜੈਂਸਾ ਕਾਦੇ ਲਈ ਆ? ਜੇ ਸਾਡੀ ਬਾਈ ਚਾਂਸ ਗੱਡੀ ਖਰਾਬ ਹੋ ਜੇ ਜਾਂ ਫਿਰ ਸਾਡੀ ਗੱਡੀ 'ਚ ਕੋਈ ਯਾਤਰੀ ਬਿਮਾਰ ਹੋ ਜੇ, ਮਾਲੇ ਸਿਰੇ ਬਿਮਾਰ ਹੋਣਾ, ਗੁਆਸਤੋ ਵਹੀਕਲੋ ਗੱਡੀ ਖਰਾਬ ਹੋਣਾ, ਤਾਂ ਉਹਦੇ ਲਈ ਫਿਰ ਸਾਨੂੰ ਇੱਕ ਟਰੈਕ ਮਿਲਦਾ ਆ ਜਿਸ ਉੱਪਰ ਅਸੀਂ ਆਪਣੀ ਗੱਡੀ ਨੂੰ ਐਮਰਜੈਂਸੀ ਟਾਈਮ ਰੋਕ ਸਕਦੇ ਹਾਂ। ਖਰਾਬ ਹੋ ਗਈ ਆ, ਸਵਾਰੀ ਬਿਮਾਰ ਹੋ ਗਈ ਆ, ਤਾਂ ਅਸੀਂ ਇਸ ਟਰੈਕ ਤੇ ਗੱਡੀ ਰੋਕਦੇ ਹਾਂ ਤੇ ਇਸ ਟਰੈਕ ਨੂੰ ਕਹਿੰਦੇ ਨੇ ਕੋਰਸੀਆ ਦੀ ਐਮਰਜੈਂਸਾ। ਇਹਦੇ ਉੱਤੇ ਸਿਰਫ 3 ਘੰਟਿਆਂ ਲਈ ਰੋਕ ਸਕਦੇ ਹੋ, 3 ore, ਇਸ ਤੋਂ ਜ਼ਿਆਦਾ ਸਮੇਂ ਲਈ ਨਹੀਂ। ਫਿਰ ਉਸ ਤੋਂ ਬਾਅਦ ਆਂਦਾ ਆ ਬੰਕੀਨਾ। ਬੰਕੀਨਾ, ਬੰਕੀਨਾ ਹੁੰਦਾ ਆ ਕਿਨਾਰਾ। ਸੜਕ ਦੇ ਬਿਲਕੁਲ ਬਾਹਰ ਵਾਲੇ ਹਿੱਸੇ 'ਚ ਬਣਿਆ ਹੁੰਦਾ, ਲਾਈਨ ਤੋਂ ਬਾਹਰ ਬੰਕੀਨਾ, ਜਿੱਥੇ ਨਾਰਮਲ ਸਾਈਨ ਲੱਗੇ ਹੁੰਦੇ ਆ, ਥੋੜੀ ਜੀ ਖਾਲੀ ਜਗ੍ਹਾ ਹੁੰਦੀ ਆ, ਉਹਨੂੰ ਬੰਕੀਨਾ ਬੋਲਿਆ ਜਾਂਦਾ। ਜਿੱਦਾਂ ਹੁਣ ਇੱਥੇ ਤੁਸੀਂ ਨੋਟ ਕਰੋਗੇ ਨਾ, ਆ ਲਾਈਨਾਂ ਤੋਂ ਬਾਹਰ ਜਿਹੜਾ ਕਿ ਹਿੱਸਾ ਬਚ ਗਿਆ ਨਾ ਇੱਥੇ, ਇਹ ਬੰਕੀਨਾ ਬਣਿਆ ਹੋਇਆ, ਕਿਨਾਰਾ। ਤੇ ਬੰਕੀਨਾ ਕਾਦੇ ਲਈ ਆ? ਬੰਕੀਨੇ ਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ, ਬੰਕੀਨੇ ਤੇ ਤੁਸੀਂ ਗੱਡੀ ਸੋਸਤਾ ਨਹੀਂ ਕਰ ਸਕਦੇ, ਯਾਨੀ ਕਿ ਤੁਸੀਂ ਗੱਡੀ ਪਾਰਕਿੰਗ ਨਹੀਂ ਕਰ ਸਕਦੇ। ਬੰਕੀਨੇ ਦੇ ਉੱਪਰ ਤੁਸੀਂ ਉਦੋਂ ਗੱਡੀ ਖਿਲਾਰ ਸਕਦੇ ਹੋ ਜੇ ਬਾਈ ਚਾਂਸ ਤੁਹਾਡੀ ਗੱਡੀ ਖਰਾਬ ਹੋ ਗਈ, ਤਾਂ ਤੁਸੀਂ ਇਸ ਦੇ ਉੱਪਰ ਗੱਡੀ ਨੂੰ ਖਿਲਾਰ ਸਕਦੇ ਹੋ। ਸੋ ਕਹਿਣ ਦਾ ਮਤਲਬ ਕਿ ਜਿੰਨੇ ਪਾਰਟਸ ਤੁਸੀਂ ਹੁਣ ਤੱਕ ਸੁਣੇ ਆ, ਇਹਨਾਂ ਸਾਰਿਆਂ ਦਾ ਨਾਮ ਤਾਂ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਮਾਰਚਾਪੀਏ ਕਾਦੇ ਲਈ ਆ, ਬੰਕੀਨਾ ਕਾਦੇ ਲਈ ਸੀਗਾ, ਜਾਂ ਫਿਰ ਪਿਸਤਾ ਚਿਕਲਾਬੀਲੇ ਕਾਦੇ ਲਈ ਆ, ਕਰਰੇਜਾਤਾ ਕਾਦੇ ਲਈ ਆ, ਕੋਰਸੀਏ, ਕੋਰਸੇ ਦੀ ਐਮਰਜੈਂਸਾ ਜਾਂ ਬੰਕੀਨਾ। ਤੇ ਇੱਥੇ ਜਾ ਕੇ ਕੰਪਲੀਟ ਹੋ ਜਾਂਦਾ ਆ ਸਾਡਾ ਪੂਰਾ ਸਤਰਾਦਾ। ਹੁਣ ਤੁਸੀਂ ਦੇਖਿਆ ਕਿ ਸਾਰੇ ਸਤਰਾਦੇ 'ਚ ਹੀ ਸ਼ਾਮਿਲ ਨੇ, ਮਤਲਬ ਕਿ ਸਾਰੇ ਰੋਡ 'ਚ ਹੀ ਆ ਰਹੇ ਨੇ, ਮਤਲਬ ਕਿ ਇਹ ਕੰਪਲੀਟ ਚੀਜ਼ ਆ ਜਿਹਨੂੰ ਅਸੀਂ ਸਤਰਾਦਾ ਬੋਲਦੇ ਆ। ਸਤਰਾਦੇ ਦੇ ਅੰਦਰ ਇਹ ਕੱਲੀ ਕੱਲੀ ਚੀਜ਼ ਬਣੀ ਹੁੰਦੀ ਆ। ਹੋ ਸਕਦਾ ਕਿ ਸਾਨੂੰ ਪਹਿਲਾਂ ਨਹੀਂ ਪਤਾ ਹੋਣਾ ਕਿ ਮਾਰਚਾਪੀਏ ਕਾਦੇ ਲਈ ਸੀਗਾ ਜਾਂ ਬੰਕੀਨਾ ਕਾਦੇ ਲਈ ਸੀਗਾ, ਪਿਸਤਾ ਚਿਕਲਾਬੀਲੇ ਕਾਦੇ ਲਈ ਸੀਗਾ, ਲੇਕਿਨ ਅੱਜ ਸਾਨੂੰ ਇਸ ਕਲਾਸ ਤੋਂ ਬਾਅਦ ਘੱਟੋ ਘੱਟ ਇਹ ਅੰਦਾਜ਼ਾ ਜ਼ਰੂਰ ਹੋ ਜਾਏਗਾ ਕਿ ਰੋਡ 'ਚ ਹਿੱਸੇ ਕਿੰਨੇ ਹੁੰਦੇ ਆ ਤੇ ਕਿਹੜਾ ਹਿੱਸਾ ਕਿਸ ਕੰਮ ਦੇ ਲਈ ਯੂਜ਼ ਹੁੰਦਾ ਆ। ਹੁਣ ਜਿਹੜੀ ਸਾਡੇ ਲਈ ਸਮਝਣ ਵਾਲੀ ਚੀਜ਼ ਰਹਿ ਗਈ ਆ, ਸਿਰਫ ਬਹੁਤ ਹੀ ਸਿੰਪਲ, ਜੀ ਜੀ ਬਿਲਕੁਲ ਬਿਲਕੁਲ ਉੱਥੇ ਵੀ ਪਹੁੰਚਦੇ ਆਪਾਂ ਜਸਕੀਰਤ ਭਾਜੀ, ਬਿਲਕੁਲ ਉੱਥੇ ਹੀ ਪਹੁੰਚਦੇ ਹੁਣ ਆਪਾਂ ਉਸੇ ਪੁਆਇੰਟ ਤੇ ਆ ਰਹੇ ਹਾਂ। ਹੁਣ ਤੱਕ ਆਪਾਂ ਪਾਰਟਸ ਸਮਝ ਲਏ ਆ, ਹੁਣ ਸਿਰਫ ਆਪਣੇ ਮਾਈਂਡ 'ਚ ਇੱਕ ਚੀਜ਼ ਧਿਆਨ ਰੱਖੋ ਕਿ ਪਾਰਟਸ ਹਿੱਸੇ ਤਾਂ ਪਤਾ ਲੱਗ ਗਏ ਨੇ। ਹੁਣ ਇੱਕ ਚੀਜ਼ ਧਿਆਨ ਰੱਖੋ ਕਿ ਇੱਕ ਨੋਰਮਲ ਕਰਰੇਜਾਤਾ ਕਿੱਥੇ ਤੱਕ ਸੀਮਤ ਆ? ਲਾਈਨਾਂ ਤੱਕ, ਸੱਜੇ ਤੇ ਖੱਬੇ ਕਿਨਾਰੇ ਦੀ ਕੰਟੀਨਿਊ ਲਾਈਨਾਂ ਦੇ ਅੰਦਰ ਕਰਰੇਜਾਤਾ। ਇਹਦੇ ਅੰਦਰ ਜੋ ਆ ਉਹ ਕਰਰੇਜਾਤੇ ਦਾ ਹਿੱਸਾ, ਤੇ ਇਹਦੇ ਤੋਂ ਬਾਹਰ ਲਾਈਨਾਂ ਤੋਂ ਜੋ ਬਾਹਰ ਆ ਉਹ ਸਤਰਾਦੇ ਦਾ ਹਿੱਸਾ। ਕੀ ਧਿਆਨ 'ਚ ਰੱਖਾਂਗੇ? ਲਾਈਨਾਂ ਦੇ ਅੰਦਰ, ਕਿ ਲਾਈਨਾਂ ਦੇ ਅੰਦਰ ਜੋ ਹਿੱਸੇ ਆ ਰਹੇ ਨੇ ਉਹ ਹੁੰਦੇ ਆ ਕਰਰੇਜਾਤਾ ਦੇ, ਤੇ ਲਾਈਨਾਂ ਤੋਂ ਬਾਹਰ ਜੋ ਹਿੱਸੇ ਆ ਰਹੇ ਆ ਉਹ ਕਿਹਦੇ ਨੇ? ਸਤਰਾਦੇ ਦੇ। ਸੋ ਧਿਆਨ ਨਾਲ ਦੇਖ ਸਕਦੇ ਹੋ, ਇੱਕ ਕਰਰੇਜਾਤਾ ਇਹ ਹੈਗਾ ਵਾਈਟ ਲਾਈਨ ਤੋਂ ਅੰਦਰ, ਔਰ ਇੱਕ ਕਰਰੇਜਾਤਾ ਇਹ ਆਉਣ ਜਾਣ ਲਈ। ਇਸ ਦੇ ਅੰਦਰ ਜੋ ਆ ਉਹ ਕਰਰੇਜਾਤੇ ਦੇ ਹਿੱਸੇ ਨੇ ਤੇ ਇਸ ਤੋਂ ਬਾਹਰ ਜੋ ਨੇ ਉਹ ਸਤਰਾਦੇ ਦੇ ਹਿੱਸੇ ਨੇ। ਹੁਣ ਤੁਸੀਂ ਇੱਥੇ ਨੋਟ ਕੀਤਾ ਹੋਣਾ ਆ ਕਿ ਕਰਰੇਜਾਤੇ ਤੋਂ ਬਾਹਰ ਵਾਲੇ ਹਿੱਸੇ ਕੌਣ ਨੇ? ਫਿਰ ਮਾਰਚਾਪੀਏ ਦੇ,
pista ciclabile, corsia di emergenza banchina, ਇਹ ਕਿਹਦੇ ਹਿੱਸੇ ਨੇ? ਸਤਰਾਦੇ ਦੇ। ਤੇ carreggiate ਦੇ ਹਿੱਸੇ ਕੌਣ ਆਂਦੇ ਆ? corsie ਜਿਹੜੇ ਚੱਲਣ ਵਾਲੇ ਨੇ ਜਾਂ ਓਵਰਟੇਕ ਕਰਨ ਵਾਲੇ ਨੇ, ਇਹ ਹੈਗੇ ਨੇ carreggiate ਦੇ ਹਿੱਸੇ। ਇੱਥੇ ਨਾ ਇੱਕ ਚੀਜ਼ ਨੋਟ ਕਰਿਓ, ਜਿੱਦਾਂ ਆਪਾਂ ਰੋਡ ਪਾਰ ਤਾਂ ਕਰਦੇ ਹੋਵਾਂਗੇ, ਹੁਣ ਆਪਾਂ ਰੋਡ ਕ੍ਰੋਸ ਕਰਦੇ ਆ ਸਾਈਕਲ ਨੂੰ ਲੈ ਕੇ ਜਾਂ ਪੈਦਲ, ਆਪਾਂ ਜਿਸ ਲਾਈਨਾਂ ਤੋਂ ਰੋਡ ਪਾਰ ਕੀਤਾ ਜਾਂਦਾ ਨਾ ਉਹਨਾਂ ਨੂੰ ਬੋਲਦੇ ਆ ਅਟਰਾਵਰਸਾਮੈਂਟੋ ਕ੍ਰੋਸਿੰਗ, ਪੈਦੋਨਾਲੇ ਪੈਦਲਾਂ ਦੀ, ਚਿਕਲਾਬੀਲੇ ਸਾਈਕਲਾਂ ਦੀ। ਜਿਹੜੀਆਂ ਇਹ ਲਾਈਨਾਂ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਨੇ ਪੈਦਲ ਤੇ ਸਾਈਕਲਾਂ ਦੀ ਕ੍ਰੋਸਿੰਗ ਲਾਈਨਾਂ। ਇੱਕ ਹੁੰਦਾ ਆ ਰਸਤਾ, ਪੈਦਲ ਸਾਈਕਲਾਂ ਦਾ ਰਸਤਾ, ਰਸਤਾ ਹੁੰਦਾ ਚੱਲਣ ਲਈ, ਤੁਰਨ ਫਿਰਨ ਲਈ। ਇੱਕ ਹੁੰਦਾ ਰੋਡ ਪਾਰ ਕਰਨ ਲਈ, ਤੇ ਰੋਡ ਪਾਰ ਕਰਨ ਲਈ ਲਾਈਨਾਂ ਹੁੰਦੀਆਂ ਨੇ। ਤਾਂ ਯਾਦ ਰੱਖਣਾ ਕਿ ਲਾਈਨਾਂ carreggiate ਚ ਆਉਂਦੀਆਂ ਨੇ ਪੈਦਲ ਸਾਈਕਲ ਕ੍ਰੋਸਿੰਗ ਦੀਆਂ, ਤੇ ਸਤਰਾਦੇ ਦੇ ਵਿੱਚ ਰਸਤੇ ਆਉਂਦੇ ਨੇ ਪੈਦਲ ਤੇ ਸਾਈਕਲਾਂ ਦੇ। ਓਕੇ, ਤੇ ਹੋ ਗਿਆ ਪੂਰਾ carreggiate। ਜਿੱਦਾਂ ਹੁਣ ਇੱਕ ਵੀਰ ਦਾ ਸਵਾਲ ਸੀਗਾ ਕਿ ਜਿਹੜਾ carreggiate ਦੇ ਵਿੱਚ ਹੁੰਦਾ ਡਿਵਾਈਡ ਕਰਨ ਵਾਲਾ, ਉਹਨੂੰ ਕਿਆ ਬੋਲਦੇ ਨੇ? ਬਿਲਕੁਲ ਵੀਰੇ ਉਹਨੂੰ ਬੋਲਦੇ ਨੇ ਸਪਾਰਤੀ ਟ੍ਰਾਫਿਕੋ। ਸਪਾਰਤੀ ਟ੍ਰਾਫਿਕੋ ਹੁੰਦਾ ਆ ਡਿਵਾਈਡਰ। ਇਹਦਾ ਕੰਮ ਹੁੰਦਾ ਸਿਰਫ carreggiate ਸੈਪਰੇਟ ਕਰ ਦੇਣਾ, carreggiateਆਂ ਨੂੰ ਵੰਡਣਾ। carreggiate ਰਹਿੰਦਾ, ਲੇਕਿਨ ਉਹਨੂੰ ਡਿਵਾਈਡ ਕਰ ਦਿੰਦਾ ਆ, ਵਨਵੇਂ ਬਣਾ ਦਿੰਦਾ। ਜਿੱਦਾਂ ਹੁਣ ਇੱਥੇ ਤੁਸੀਂ ਧਿਆਨ ਨਾਲ ਅਗਰ ਨੋਟ ਕਰੋਗੇ ਤੇ ਇੱਥੇ ਇਹ ਦੋ carreggiate ਆ, ਇਹਨਾਂ ਦੇ ਵਿੱਚ ਸੈਂਟਰ 'ਚ ਜਿਹੜਾ ਡਿਵਾਈਡਰ ਬਣਿਆ ਇਹਨੇ ਕੀ ਕੀਤਾ? ਇੱਕ carreggiate ਇੱਕ ਸਾਈਡ ਲਈ ਬਣਾਇਆ ਹੋਇਆ ਤੇ ਇੱਕ ਆਉਣ ਲਈ ਬਣਾਇਆ ਹੋਇਆ। ਸੋ ਡਿਵਾਈਡਰ ਦਾ ਕੰਮ ਹੁੰਦਾ ਆ ਰੋਡਾਂ ਨੂੰ ਸੈਪਰੇਟ ਕਰਨਾ। ਹੁਣ ਸਾਡੇ ਲਈ ਇੱਥੇ ਮੇਨ ਚੀਜ਼ ਜਿਹੜੀ ਹੁਣ ਲਾਸਟ ਰਹਿ ਗਿਆ ਆ ਸਮਝਣਾ, ਫਿਰ ਅਸੀਂ ਇਹਦੇ ਕੁਝ ਸਵਾਲ ਪੜਾਂਗੇ। ਲਾਸਟ ਜਿਹੜਾ ਹਿੱਸਾ ਰਹਿ ਗਿਆ ਉਹ ਕੀ ਸਮਝਣਾ ਹੈ ਕਿ ਰੋਡ ਕਿੰਨੇ ਪ੍ਰਕਾਰ ਦੇ ਆ। ਹੁਣ ਨੋਰਮਲ ਆ ਕਿ ਤੁਸੀਂ ਚਾਹੇ ਇਟਲੀ ਚ ਰਹਿ ਰਹੇ ਹੋ, ਚਾਹੇ ਇਟਲੀ ਤੋਂ ਬਾਹਰ ਕਿਸੇ ਹੋਰ ਕੰਟਰੀ ਚ ਰਹਿ ਰਹੇ ਹੋ, ਰੋਡ ਦੋ ਹੀ ਕਿਸਮਾਂ ਦੇ ਹੁੰਦੇ ਆ। ਇੱਕ ਜਿਹਨੂੰ ਆਪਾਂ ਕਹਿੰਦੇ ਆ ਵਨਵੇ, ਇੱਕ ਤੇ ਜਿਹਨੂੰ ਆਪਾਂ ਟੂ ਵੇ ਕਹਿੰਦੇ ਆ। ਵਨਵੇ ਟੂ ਵੇ ਦਾ ਸਾਨੂੰ ਪਤਾ, ਲੇਕਿਨ ਆਵਾਜਾਈ ਕੀ ਹੁੰਦੀ ਆ ਉਹਦੀ, ਗੱਡੀਆਂ ਕਿੱਦਾਂ ਚੱਲਦੀਆਂ। ਧਿਆਨ ਨਾਲ, ਜੇ ਸਾਨੂੰ ਸਵਾਲਾਂ ਚ ਪੁੱਛ ਰਹੇ ਨੇ ਕਿ carreggiate ਸਤਰਾਦਾ ਵਨਵੇ ਤੇ ਟੂ ਵੇ ਹੋ ਸਕਦੇ ਨੇ, ਤਾਂ ਸਾਡਾ ਜਵਾਬ ਹੋਏਗਾ ਵੇਰੋ, ਕਿਉਂਕਿ ਸਤਰਾਦਾ carreggiate ਇੱਕ ਵਨਵੇ ਵੀ ਹੈਗਾ ਤੇ ਇੱਕ ਟੂ ਵੇ ਵੀ ਹੁੰਦਾ, ਦੋਨੋਂ ਪ੍ਰਕਾਰ ਦੇ ਹੁੰਦੇ ਆ। ਟੂ ਵੇ ਕਿਹਨੂੰ ਕਹਿੰਦੇ ਆ? doppio senso circolazione, ਡਬਲ ਆਵਾਜਾਈ ਵਾਲਾ ਰਸਤਾ। ਯਾਨੀ ਕਿ ਇੱਕ ਐਸਾ ਰਸਤਾ ਜਿਹਦੇ ਅੰਦਰ ਗੱਡੀਆਂ ਇੱਕ ਸਾਈਡ ਜਾ ਰਹੀਆਂ ਨੇ ਤੇ ਇੱਕ ਸਾਈਡ ਤੋਂ ਆ ਰਹੀਆਂ ਨੇ। ਇੱਕੋ carreggiate ਦੇ ਅੰਦਰ ਜਦੋਂ ਇੱਕ ਸਾਈਡ ਗੱਡੀ ਜਾ ਰਹੀ ਹੈ ਤੇ ਇੱਕ ਸਾਈਡ ਤੋਂ ਆ ਰਹੀ ਆ, ਉਹਨੂੰ doppio senso ਕਹਿੰਦੇ ਆ। ਤੇ senso unico ਕਿਹਨੂੰ ਕਹਿੰਦੇ ਆ? ਵਨਵੇਂ। ਜੀ ਲੈਂਬਰ ਭਾਜੀ ਜੋ ਹੱਥ ਖੜਾ ਕਰ ਰਹੇ ਨੇ ਵੀਰ, ਓਕੇ, ਸੋ ਸ਼ਾਇਦ ਗਲਤੀ ਨਾ ਹੋ ਗਿਆ ਹੋਣਾ। ਸੋ ਮੈਂ ਦੱਸ ਰਿਹਾ ਸੀਗਾ ਕਿ ਵਨਵੇਂ ਕਿਹਨੂੰ ਕਹਿੰਦੇ ਆ? ਵਨਵੇਂ ਕਹਿੰਦੇ ਆ ਸੈਂਸੋ ਊਨੀਕੋ, ਇੱਕ ਸਾਈਡ ਵਾਲਾ ਰੋਡ, ਯਾਨੀ ਕਿ ਇੱਕ carreggiate ਜਿਹਦੇ ਚ ਗੱਡੀਆਂ ਇੱਕ ਹੀ ਸਾਈਡ ਨੂੰ ਜਾ ਰਹੀਆਂ ਨੇ, ਉਹਨੂੰ ਕਹਿੰਦੇ ਆ ਵਨਵੇਂ। ਜਿੱਥੇ ਸਾਹਮਣੇ ਤੋਂ ਕੋਈ ਨਹੀਂ ਆਣਾ ਲੇਕਿਨ ਇੱਕੋ ਸਾਈਡ ਆਵਾਜਾਈ ਆ, ਉਹਨੂੰ ਵਨਵੇਂ ਕਹਿੰਦੇ ਆ। ਸੋ ਇੱਕ carreggiate ਜਾਂ ਇੱਕ ਸਤਰਾਦਾ ਵਨਵੇਂ ਵੀ ਹੋ ਸਕਦਾ ਹੈ ਤੇ ਟੂ ਵੇ ਵੀ ਹੋ ਸਕਦਾ ਹੈ। ਸੋ ਇਹ ਜਿੰਨੇ ਵੀ ਪਾਰਟਸ ਤੁਹਾਨੂੰ ਅੱਜ ਸਮਝਾਏ ਗਏ ਨੇ, ਇਹਨਾਂ ਦੀ ਵਰਤੋਂ ਕਿੱਦਾਂ ਕੀਤੀ ਜਾਂਦੀ ਹੈ, ਕਿਹੜਾ ਪਾਰਟ ਹਿੱਸਾ ਕਿਹਦੇ ਕੰਮ ਲਈ ਆ, ਉਹ ਸਾਰੀਆਂ ਚੀਜ਼ਾਂ ਅਸੀਂ ਸਮਝੀਆਂ ਨੇ। ਲੇਕਿਨ ਸਾਨੂੰ ਇਹ ਚੀਜ਼ ਤਾਂ ਵਿੱਚ ਨਾਲ ਹੀ ਕਨਫਰਮ ਹੁੰਦੀ ਗਈ ਹੈ ਕਿ ਸਤਰਾਦੇ ਦੇ ਵਿੱਚ ਕਿਆ ਹੈ ਤੇ carreggiate ਦੇ ਵਿੱਚ ਕਿਆ ਹੈ। ਸੋ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਵਾਂ ਕਿ ਲਾਈਨਾਂ ਦੇ ਅੰਦਰ
ਸਾਈਡਾਂ ਵਾਲੀ ਕਿਨਾਰੇ ਕੰਟੀਨਿਊ ਲਾਈਨਾਂ ਦੇ ਅੰਦਰ ਜੋ ਹੈ ਉਹ ਕਰੇ ਜਾਤਾ ਤੇ ਕਰੇ ਜਾਤੇ ਦੇ ਹਿੱਸੇ ਨੇ। ਲਾਈਨਾਂ ਤੋਂ ਜੋ ਬਾਹਰ ਹੈ ਉਹ ਸਤਰਾਦੇ ਦੇ ਹਿੱਸੇ ਨੇ। ਕਲੀਅਰ ਆ ਜੀ ਸਾਰਿਆਂ ਨੂੰ? ਸ਼ੁਰੂ ਕਰੀਏ, ਇਹਦੇ ਕੁਝ ਸਵਾਲ ਪੜ੍ਹੀਏ। ਜੇ ਕਿਸੇ ਨੂੰ ਸਤਰਾਦੇ ਨੂੰ ਲੈ ਕੇ ਕੋਈ ਵੀ ਕਨਫਿਊਜ਼ਨ ਆ, ਮੈਸੇਜ ਲਿਖ ਦਿਓ, ਹੱਥ ਖੜਾ ਕਰ ਦਿਓ, ਤੁਹਾਨੂੰ ਹੁਣੇ ਸਮਝਾ ਦਿੱਤਾ ਜਾਏਗਾ। ਓਕੇ ਜੀ। ਹੁਣ ਨਾ ਦੇਖੋ, ਇਹਦੇ ਉੱਪਰ ਨਾ ਸਤਰਾਦੇ ਦੇ ਪ੍ਰਤੀ 10 ਸਵਾਲ ਬਣੇ ਹੋਏ ਨੇ। ਜਿਹੜਾ ਸਤਰਾਦਾ ਹੁੰਦਾ ਨਾ, ਉਹਦੇ 10 ਪਾਰਟਸ ਬਣੇ ਹੋਏ ਨੇ। ਓਕੇ ਜੀ, ਕੋਰਸੀਆ। ਬਿਲਕੁਲ ਵੀਰ ਜੀ, ਕੋਰਸੀਆ ਜਿਹੜਾ ਜਗਜੀਤ ਵੀਰ ਕੋਰਸੀਏ ਜੋ ਹੁੰਦੇ ਆ ਨਾ, ਕੋਰਸੀਏ ਇੱਕ ਪਾਰਟ ਹੈ ਕਰੇ ਜਾਤੇ ਦਾ। ਕੋਰਸੀਏ ਇੱਕ ਉਹ ਪਾਰਟ ਆ ਜਿਹੜਾ ਸਾਡੇ ਚੱਲਣ ਲਈ ਬਣਿਆ, ਜਿਹਨੂੰ ਆਪਾਂ ਕਹਿ ਦਿੰਦੇ ਆ ਰੋਡ ਦੀ ਲਾਈਨਾਂ। ਹੁਣ ਤੁਸੀਂ ਇੱਥੇ ਧਿਆਨ ਨਾਲ ਦੇਖੋ, ਇਹ ਕਰੇ ਜਾਤਾ ਜਿਹਦੇ ਅੰਦਰ ਕੰਟੀਨਿਊ ਲਾਈਨਾਂ ਦੇ ਅੰਦਰ ਕਰੇ ਜਾਤਾ ਤੇ 2 ਟਰੈਕ ਬਣੇ ਹੋਏ ਨੇ। ਇਹ डिसकंटिन्यू ਲਾਈਨ 2 ਟਰੈਕ ਬਣਾ ਰਹੀ ਆ। ਇੱਕ ਟਰੈਕ ਜਿਹੜਾ ਚੱਲਣ ਲਈ ਆ ਤੇ ਇੱਕ ਓਵਰਟੇਕ ਲਈ ਆ। ਇੱਥੇ ਵੀਰੇ ਤੁਸੀਂ ਆਪਣੇ ਮਾਈਂਡ 'ਚ ਇੱਕ ਚੀਜ਼ ਰੱਖਣੀ ਹੈ ਕਿ ਕੋਰਸੀਏ ਕਰੇ ਜਾਤੇ ਦੇ ਅੰਦਰ ਨੇ। ਕੋਰਸੀਆ ਦੀ ਐਮਰਜੈਂਸੀ ਨਹੀਂ, ਉਹ ਤਾਂ ਸਤਰਾਦੇ 'ਚ ਆ, ਉਹ ਬਾਹਰ ਹੈ। ਦੁਬਾਰਾ ਰਿਪੀਟ ਕਰ ਦੇਣਾ, ਕੋਰਸੀਆ ਦੀ ਐਮਰਜੈਂਸਾ ਕਰੇ ਜਾਤੇ ਦੀ ਲਾਈਨ ਤੋਂ ਬਾਹਰ ਹੁੰਦਾ, ਉਹਨੂੰ ਕਰੇ ਜਾਤੇ 'ਚ ਨਹੀਂ ਲੈ ਕੇ ਆਣਾ, ਕਿਉਂਕਿ ਉਹ ਲਾਈਨ ਕੰਟੀਨਿਊ ਤੋਂ ਬਾਹਰ ਬਣੀ ਹੈ। ਜਿਹੜੀ ਕਰੇ ਜਾਤੇ ਦੇ ਅੰਦਰ ਕੋਰਸੀਏ ਨੇ ਵੀਰੇ, ਇਹਨਾਂ ਨੂੰ ਨੋਰਮਲ ਯਾਦ ਰੱਖੋ, ਇਹ ਟਰੈਕ ਹੁੰਦੇ ਨੇ। ਜੇ ਸਾਡੀ ਸਾਈਡ ਇੱਕ ਹੀ ਟਰੈਕ ਆ, ਉਹ ਕੋਰਸੀਏ ਦੀ ਮਾਰਚ ਹੈ। ਅਗਰ ਸਾਡੀ ਸਾਈਡ 2 ਟਰੈਕ ਨੇ ਤੇ ਸੱਜਾ ਟਰੈਕ ਚੱਲਣ ਲਈ ਆ ਤੇ ਖੱਬਾ ਟਰੈਕ ਸਾਡੇ ਓਵਰਟੇਕ ਲਈ ਆ। ਓਕੇ ਵੀਰੇ, ਤੁਸੀਂ ਮਾਈਕ ਔਨ ਕਰਕੇ ਪੁੱਛ ਸਕਦੇ ਹੋ ਜਿਹੜੇ ਵੀਰ ਨੇ ਮੈਸੇਜ ਕੀਤਾ, ਕਿਉਂਕਿ ਕਈ ਚੀਜ਼ਾਂ ਨਾ ਇਦਾਂ ਮੈਸੇਜ 'ਚ ਨਹੀਂ ਕਲੀਅਰ ਹੁੰਦੀਆਂ। ਮਾਈਕ ਔਨ ਆ, ਜਸਕੀਰਤ ਸਿੰਘ ਤੁਸੀਂ ਕਰ ਸਕਦੇ ਹੋ ਔਨ, ਬਾਕੀ ਪਲੀਜ਼ ਆਫ ਰੱਖਿਓ। ਬਕੀਨਾ ਦੇ ਵਿੱਚ ਬਈ ਡਾਟਡ ਲਾਈਨ ਸੀਗੀਆਂ, ਉਹਦੇ ਵਿੱਚ ਕੁਝ ਹੋਰ ਲਿਖਿਆ ਸੀਗਾ। ਉਹ ਕਿਹੜੀ ਹੈ ਭਾਜੀ? ਹੋਰ ਪਿਕ ਸੀ ਉਹਦੇ ਵਿੱਚ, ਆਹ ਦੇ ਇਹ ਵਾਲੀ ਪਿਕ ਤੇ ਉਹ ਆਹ ਇਹਦੇ ਵਿੱਚ, ਪਿਆਜ਼ੋਲਾ। ਹਾਂ ਉਹ ਵਾਲੀ ਜੀ ਜੀ, ਇਹ ਵਾਲਾ ਪਾਰਟਸ ਕਹਿ ਰਹੇ ਹੋਗੇ। ਹਾਂ ਹਾਂ ਇਹ ਵਾਲਾ। ਪਿਆਜ਼ੋਲਾ ਦੀ ਸੋਚਤਾ ਇੱਕ ਉਹ ਪਾਰਟ ਆ, ਇਹ ਸਾਨੂੰ ਗੱਡੀ ਦੇ ਖਿਲਾਰਨ ਲਈ ਬਣਾਇਆ ਜਾਂਦਾ ਹੈ। ਔਰ ਇਹ ਜਿਹੜਾ ਪਾਰਟਸ ਹੈਗਾ ਆ, ਇਹ ਗਿਣਿਆ ਜਾਂਦਾ ਆ ਸਤਰਾਦੇ ਵਿੱਚ। ਜ਼ਿਆਦਾਤਰ ਜਿੱਦਾਂ ਤੁਸੀਂ ਇਟਲੀ ਦੇ ਵਿੱਚ ਹਾਈਵੇ ਰੋਡ ਤੇ ਚੱਲੋਗੇ ਨਾ, ਹਾਈਵੇ ਆਊਟੋਸਟਰਾਦੇ ਪ੍ਰਿੰਸੀਪਾਲੇ, ਉਹਨਾਂ ਰੋਡਾਂ ਦੀ ਸਾਈਡਾਂ ਤੇ ਤੁਹਾਨੂੰ ਇਹ ਹਿੱਸਾ ਬਣਿਆ ਹੋਇਆ ਮਿਲਦਾ ਤੇ ਇਸ ਹਿੱਸੇ ਦਾ ਨਾਮ ਆ ਪਿਆਜ਼ੋਲਾ, ਖਾਲੀ ਜਗ੍ਹਾ ਦੀ ਸੋਚਤਾ ਗੱਡੀ ਖਿਲਾਰਨ ਲਈ। ਇਹਦੇ ਅੰਦਰ ਅਸੀਂ ਉਦੋਂ ਰੁਕਦੇ ਆ ਜਿੱਦਾਂ ਮੰਨ ਲਓ ਕਿ ਮੈਂ 8-9 ਘੰਟੇ ਡਰਾਈਵ ਕੀਤੀ ਹੈ, ਥੱਕ ਗਿਆ ਵਾਂ, ਜਾਂ ਮੈਂ ਥਕਾਵਟ ਮਹਿਸੂਸ ਕਰਨਾ, ਗੱਡੀ ਰੋਕਣੀ ਆਊਟੋਸਟਰਾਦੇ ਤੇ, ਤਾਂ ਇਸ ਜਗ੍ਹਾ ਦੇ ਅੰਦਰ ਅਸੀਂ ਆਪਣੀ ਗੱਡੀ ਨੂੰ ਰੋਕ ਸਕਦੇ ਹਾਂ। ਸੋਚਤਾ ਕਰਕੇ ਆਪਾਂ ਗੱਡੀ ਇੱਥੇ ਰੋਕ ਸਕਦੇ ਹਾਂ, ਖਿਲਾਰ ਸਕਦੇ ਹਾਂ। ਤੇ ਇਹ ਪਾਰਟਸ ਕਿਹਦੇ ਹਿੱਸੇ 'ਚ ਆਏਗਾ? ਸਤਰਾਦੇ ਦੇ ਵਿੱਚ, ਕਿਉਂਕਿ ਇਹ ਕਰੇ ਜਾਤੇ ਦੀ ਲਾਈਨਾਂ ਤੋਂ ਬਾਹਰ ਹੈ। ਪਿਆਜ਼ੋਲਾ ਦੀ ਸੋਚਤਾ ਦੇ ਵਿੱਚ ਰੁਕਣ ਦਾ ਜਿਹੜਾ ਮੈਕਸਿਮਮ ਸਮਾਂ ਹੁੰਦਾ 3 ਘੰਟੇ ਆ। ਦੇਖੋ 2 ਪੁਆਇੰਟ ਨੇ, ਕੋਰਸੀਆ ਦੀ ਐਮਰਜੈਂਸਾ ਤੇ ਪਿਆਜ਼ੋਲਾ ਦੀ ਸੋਚਤਾ। ਕੋਰਸੀਆ ਦੀ ਐਮਰਜੈਂਸਾ ਤੇ ਤੁਸੀਂ ਤਾਂ ਰੁਕ ਸਕਦੇ ਹੋ ਜੇ ਤੁਹਾਨੂੰ ਕੋਈ ਐਮਰਜੈਂਸੀ ਆ। ਬਿਨਾ ਮਤਲਬ ਤੋਂ ਅਸੀਂ ਇਸ ਟਰੈਕ ਤੇ ਗੱਡੀ ਨਹੀਂ ਚਲਾ ਸਕਦੇ, ਜੁਰਮਾਨਾ ਹੋ ਜਾਂਦਾ। ਲੇਕਿਨ ਪਿਆਜ਼ੋਲਾ ਦੀ ਸੋਚਤਾ ਬਣਿਆ ਹੀ ਗੱਡੀ ਖਿਲਾਰਨ ਲਈ ਆ, ਬਿਨਾ ਕਿਸੇ ਕਾਰਨ ਤੋਂ ਤੁਸੀਂ ਇੱਥੇ ਗੱਡੀ ਰੋਕ ਸਕਦੇ ਹੋ। 3 ਘੰਟੇ ਹੀ ਪਿਆਜ਼ੋਲਾ ਦਾ ਸਮਾਂ, 3 ਘੰਟੇ ਹੀ ਕੋਰਸੀਆ ਦਾ ਐਮਰਜੈਂਸੀ ਦਾ ਸਮਾਂ। ਠੀਕ ਹੈ ਜੀ, ਲੇਕਿਨ 2 ਅਲੱਗ-ਅਲੱਗ ਰੀਜ਼ਨ ਨੇ। ਐਮਰਜੈਂਸੀ ਟਰੈਕ ਤਾਂ ਯੂਜ਼ ਕਰੋ ਜੇ ਗੱਡੀ ਖਰਾਬ ਆ, ਸਵਾਰੀ ਬਿਮਾਰ ਆ, ਕੋਈ ਐਮਰਜੈਂਸੀ ਆ। ਤੇ ਪਿਆਜ਼ੋਲਾ ਦੀ ਸੋਚਤਾ ਤੁਸੀਂ ਬਿਨਾ ਮਤਲਬ, ਯਾਨੀ ਕਿ ਆਪਾਂ ਕਹਿ ਦਈਏ ਜੇ ਤੁਸੀਂ ਥੱਕ ਗਏ ਹੋ ਤਾਂ ਇਸ ਜਗ੍ਹਾ ਦੇ ਵਿੱਚ ਤੁਸੀਂ ਗੱਡੀ ਖਿਲਾਰ ਸਕਦੇ ਹੋ।
ਓਕੇ ਜੀ, ਤੇ ਹੁਣ ਪੜ੍ਹਦੇ ਆ ਇਹਦੇ ਉੱਤੇ ਬਣੇ ਕੁਝ ਸਵਾਲਾਂ ਨੂੰ। ਹੁਣ ਅਸੀਂ ਸਾਰੀਆਂ ਚੀਜ਼ਾਂ ਜਿੱਦਾਂ ਪੜ੍ਹੀਆਂ ਨੇ, ਸਤਰਾਦਾ ਕੀ ਆ, ਸਤਰਾ ਦੇ ਵਿੱਚ ਕਿਹੜੀ ਕਿਹੜੀ ਚੀਜ਼ ਸ਼ਾਮਿਲ ਆ। ਹੁਣ ਇੱਥੇ ਦੋ ਸਕੇਦੇ ਆ ਜਿਹਦੇ ਵਿੱਚ ਅੱਜ ਆਪਾਂ ਪਹਿਲਾ ਸਕੇਦਾ ਪੜਾਂਗੇ, ਸਤਰਾਦਾ ਕੀ ਆ ਤੇ ਸਤਰਾਦਾ ਕਿਹੜੀ ਚੀਜ਼ਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਦਾ ਆ। ਸੋ ਧਿਆਨ ਨਾਲ ਪਹਿਲਾ ਸਵਾਲ ਜਿਹੜਾ ਇਸ ਦਾ ਬੋਲ ਰਿਹਾ ਆ, ਤੇ ਇਸ ਨੂੰ ਤੁਸੀਂ ਹੁਣ 10 ਸਵਾਲਾਂ ਨੂੰ ਜਿਹੜਾ ਵੇਰੋ ਫਾਲਸੋ ਕਰਨਾ ਹੈ, ਤੇ ਵੇਰੋ ਫਾਲਸੋ ਤੁਸੀਂ ਆਪਣੇ ਕੋਲੋਂ ਕੋਈ ਜਵਾਬ ਲੱਭ ਕੇ ਲਿਆਓਗੇ ਜਾਂ ਜਿਹੜੀ ਮੈਂ ਵਿਆਖਿਆ ਸਮਝਾਈ ਆ ਉਹਦੇ ਵਿੱਚੋਂ ਜਵਾਬ ਲੱਭੋਗੇ। ਨੋਰਮਲ ਆ, ਆਪਣੇ ਕੋਲੋਂ ਜੇ ਜਵਾਬ ਦੇਣਾ ਹੁੰਦਾ ਫਿਰ ਤਾਂ ਸਾਨੂੰ ਵਿਆਖਿਆ ਦੀ ਲੋੜ ਹੀ ਨਹੀਂ ਸੀਗੀ। ਅਸੀਂ ਜਿਹੜਾ ਸਵਾਲਾਂ ਨੂੰ ਜਵਾਬ ਦੇਣਾ ਹੁੰਦਾ ਨਾ, ਉਹ ਜਵਾਬ ਦੇਣਾ ਵਿਆਖਿਆ ਦੇ ਪ੍ਰਤੀ। ਆਪਣੇ ਕੋਲੋਂ ਕੁਝ ਨਹੀਂ ਜਵਾਬ ਦੇਣਾ, ਜੋ ਉਸ ਵਿਆਖਿਆ ਸਮਝਿਆ ਉਹਨੂੰ ਧਿਆਨ ਚ ਰੱਖ ਕੇ ਜਵਾਬ ਦੇਣਾ। ਸੋ ਲੈਂਬਰ ਭਾਜੀ ਪਲੀਜ਼ ਨਾ ਕਰੋ ਸਕਰੀਨ ਤੇ। ਪਹਿਲਾ ਸਵਾਲ, ਲਾ ਸਤਰਾਦਾ ਕਹਿੰਦਾ ਜਿਹੜੀ ਸੜਕ ਆ, ਜਿਹੜਾ ਪੂਰਾ ਕੰਪਲੀਟ ਸਤਰਾਦਾ ਆ, ਉਹ ਕੰਪ੍ਰੈਂਦere ਹੁੰਦਾ ਆ ਸ਼ਾਮਿਲ ਕਰਨਾ। ਕਿਸ ਤਰ੍ਹਾਂ ਦਾ ਆਪਣੇ ਵਿੱਚ ਸ਼ਾਮਿਲ ਕਰਦਾ ਹੈ ਪੀਸਤੇ ਚਿਕਲਾਬੀਲੇ। ਕਹਿੰਦੇ ਕਿ ਜਿਹੜਾ ਸਤਰਾਦਾ ਆ, ਕਿਆ ਉਹ ਆਪਣੇ ਅੰਦਰ ਪੀਸਤਾ ਚਿਕਲਾਬੀਲੇ ਸ਼ਾਮਿਲ ਕਰਦਾ ਹੈ। ਤਾਂ ਸਾਡਾ ਜਵਾਬ ਇੱਥੇ ਹੁਣ ਕੀ ਹੋਣਾ ਚਾਹੀਦਾ ਹੈ, ਵੇਰੋ ਜਾਂ ਫਾਲਸੋ। ਕੀ ਜਵਾਬ ਦੋਗੇ, ਵੇਰੋ ਜਾਂ ਫਾਲਸੋ? ਅਸੀਂ ਇੱਥੇ ਜਵਾਬ ਦਵਾਂਗੇ ਇਸ ਸਵਾਲ ਨੂੰ ਵੇਰੋ। ਕਿਉਂ? ਕਿਉਂਕਿ ਜਿਹੜਾ ਪਿਸਤਾ ਚਿਕਲਾਬੀਲੇ ਬਣਿਆ ਆ, ਉਹ ਕਰਰੇ ਜਾਤੇ ਦੀ ਲਾਈਨਾਂ ਤੋਂ ਬਾਹਰ ਸਤਰਾਦੇ ਵਿੱਚ ਹੀ ਆ। ਤਾਂ ਇਹਨੂੰ ਅਸੀਂ ਹੁਣ ਕੀ ਜਵਾਬ ਦੇਣਾ ਚਾਹੁੰਦੇ ਆ, ਵੇਰੋ, ਕਿਉਂਕਿ ਸਤਰਾਦਾ ਪਿਸਤੇ ਚਿਕਲਾਬੀਲੇ ਆਪਣੇ ਅੰਦਰ ਸ਼ਾਮਿਲ ਕਰਦਾ ਹੈ। 2 ਨੰਬਰ, ਲਾ ਸਤਰਾਦਾ ਜਿਹੜੀ ਸੜਕ ਨੋਨ नहीं करती comprendere शामिल ले banchine। banchine क्या है, किनारा, सड़क दा बाहरला किनारा। कहना जेड़ा बंकीना आ, किस तरह दा अपने अंदर बंकीने नू शामिल नहीं करता। फालसो, बंकीना हिस्सा ही इस तरह दे दा, क्योंकि ये लाइना तो बाहर बनया होया। ਧਿਆਨ ਨਾਲ ਦੇਖ ਰਹੇ ਹੋ ਨਾ, ਲਾਈਨਾਂ ਤੋਂ ਬਾਹਰ ਹੀ ਹੈ ਨਾ, ਕਰ ਰਹੀ ਜਾਤੀ ਦੀ ਲਾਈਨਾਂ ਤੋਂ ਬਾਹਰ। ਤੇ ਕਿਹਦਾ ਹਿੱਸਾ ਹੋਏਗਾ, ਸਤਰਾਦੇ ਦਾ। ਕਿਹਦਾ ਹਿੱਸਾ ਹੋਏਗਾ, ਸਤਰਾਦੇ ਦਾ। ਸੋ ਸਵਾਲ ਕੀ ਆ, ਫਾਲਸੋ। ਕਿਉਂ? ਕਹਿੰਦਾ ਕਿ ਜੋ ਸਤਰਾਦਾ ਉਹ ਬੰਕੀਨੇ ਸ਼ਾਮਿਲ ਨਹੀਂ ਕਰਦਾ। ਫਾਲਸੋ। 3 ਨੰਬਰ, ਧਿਆਨ ਨਾਲ, ਲਾ ਸਤਰਾਦਾ può essere, ਸਤਰਾਦਾ ਹੋ ਸਕਦਾ ਏ। può essere ਮਤਲਬ ਹੁੰਦਾ ਹੋ ਸਕਦਾ ਏ। doppio senso यानी टू वे ਦੀ circolazione ਆਵਾਜਾਈ। ਕਿ ਜਿਹੜਾ ਸਤਰਾਦਾ ਏ, ਕਿਆ ਉਹ ਟੂ ਵੇ ਆਵਾਜਾਈ ਵਾਲਾ ਹੋ ਸਕਦਾ ਹੈ? ਜੀ ਬਿਲਕੁਲ, ਸਵਾਲਾ ਵੇਰੋ, ਕਿਉਂਕਿ ਇਸ ਤਰ੍ਹਾਂ ਦਾ ਵਨ ਵੇ ਵੀ ਹੁੰਦਾ ਹੈ ਤੇ ਟੂ ਵੇ ਵੀ ਹੁੰਦਾ ਹੈ। 4 ਨੰਬਰ, ਲਾ ਸਤਰਾਦਾ ਅਪੈਰਤਾ, ਰੋਡ ਸੜਕ ਓਪਨ ਹੈ, ਚਿਰਕੋਲਾਸਿਓਨੇ ਚੱਲਣ ਦੇ ਲਈ, ਪੇਦੋਨੀ ਪੈਦਲਾਂ ਦੀ, ਐਨੀਮਾਲੀ ਜਾਨਵਰਾਂ ਦੇ, ਵਹੀਕਲੀ ਅਤੇ ਵਹੀਕਲਾਂ ਦੇ। ਕਹਿੰਦਾ ਜਿਹੜਾ ਪੂਰਾ ਸਤਰਾਦਾ ਆ, ਇਹ ਸਾਰਿਆਂ ਦੇ ਚੱਲਣ ਲਈ ਓਪਨ ਆ, ਚਾਹੇ ਉਹ ਪੈਦਲ ਆ, ਚਾਹੇ ਉਹ ਵਹੀਕਲ ਨੇ, ਚਾਹੇ ਉਹ ਜਾਨਵਰ ਨੇ। ਵੇਰੋ, ਲਾ ਸਤਰਾਦਾ ਜਿਹੜੀ ਸੜਕ ਨੋਨ ਕੰਪ੍ਰੈਂਦੇ, ਇਹ ਸ਼ਾਮਿਲ ਨਹੀਂ ਕਰਦੀ ਮਾਰਚਾ ਪੀਏਦੇ, ਫੁੱਟਪਾਥ।
कि strada ਜਿਹੜਾ ਆ ਉਹ marciapiede ਨੂੰ ਆਪਣੇ ਚ ਸ਼ਾਮਿਲ ਨਹੀਂ ਕਰਦਾ। ਤਾਂ ਫਿਰ ਕਿਹਦਾ ਹਿੱਸਾ ਹੈ ਉਹ ਜੇ ਆਪਣੇ ਚ ਨਹੀਂ ਸ਼ਾਮਿਲ ਕਰਦਾ? carreggiate ਦਾ? no, carreggiata ਤੇ ਲਾਈਨਾਂ ਚ ਤੇ marciapiedi ਤੇ ਲਾਈਨਾਂ ਤੋਂ ਬਾਹਰ ਬਣਿਆ ਹੈ। ਸੋ ਕੀ ਹੋਏਗਾ ਸਵਾਲ? ਫਾਲਸੋ। ਕਿਉਂ? ਕਿਉਂਕਿ marciapiede strade ਚ ਹੀ ਸ਼ਾਮਿਲ ਆ, ਲੇਕਿਨ ਸਵਾਲ ਕਹਿ ਰਿਹਾ ਨਹੀਂ ਸ਼ਾਮਿਲ। ਅਸੀਂ ਇਹਨੂੰ ਰੋਂਗ ਜਵਾਬ ਦਵਾਂਗੇ, ਜਿਸ ਦਾ ਮਤਲਬ ਆ ਫਾਲਸੋ। ਲਾ ਸਟਰਾਦਾ। ਓਕੇ, ਹੁਣ ਇੱਥੇ ਇੱਕ ਚੀਜ਼ ਧਿਆਨ ਨਾਲ ਰੱਖਿਓ, ਧਿਆਨ ਚ ਜਿਹੜਾ ਲਫ਼ਜ਼ ਰਿਜ਼ਰਵਾਤਾ ਤੁਹਾਨੂੰ ਹੁਣ ਲਿਖਿਆ ਆ ਰਿਹਾ ਨਾ, ਰਿਜ਼ਰਵਾਤਾ ਮਤਲਬ ਹੁੰਦਾ ਆ ਕਿਸੇ ਦੇ ਲਈ ਰਿਜ਼ਰਵ। ਦੇਖੋ ਜਿਹੜਾ ਸਟਰਾਦਾ ਹੈ ਨਾ, ਇਹ ਕਿਸੇ ਖਾਸ ਵਹੀਕਲਾਂ ਲਈ ਰਿਜ਼ਰਵ ਨਹੀਂ ਹੁੰਦਾ, ਯਾਨੀ ਕਿ ਕਿਸੇ ਇੱਕ ਲਈ, ਕਿਸੇ ਦੋ ਲਈ, ਕਿਸੇ ਤਿੰਨ ਲਈ। ਸਟਰਾਦਾ ਸਾਰਿਆਂ ਲਈ ਆ, ਜਿਹੜਾ ਰੋਡ ਆ ਇਹ ਸਾਰਿਆਂ ਲਈ ਰਿਜ਼ਰਵ ਆ। ਕਹਿ ਰਿਹਾ ਕਿ ਲਾ ਸਟਰਾਦਾ ਰਿਜ਼ਰਵਾਤਾ, ਕਿ ਸੜਕ ਜੋ ਆ ਇਹ ਰਿਜ਼ਰਵ ਹੈ, ਕਿ ਇਹਦੀ ਵਰਤੋਂ ਕਰ ਸਕਦੇ ਨੇ circolazione ਚੱਲਣ ਦੇ ਲਈ ਸੋਲੀ। ਸੋਲੀ ਮਤਲਬ ਸਿਰਫ, ਕੱਲੇ, ਆਊਟੋ ਵਹੀਕਲੀ ਗੱਡੀਆਂ, ਮੋਟੋਚਿਕਲੀ ਜਾਂ ਮੋਟਰਸਾਈਕਲਾਂ। ਯਾਨੀ ਜਿਹੜੀ ਸੜਕ ਆ ਇਹਦੀ ਵਰਤੋਂ ਸਿਰਫ ਕਰਦੇ ਆ ਗੱਡੀ ਤੇ ਮੋਟਰਸਾਈਕਲ। ਫਾਲਸੋ, ਸਾਰੇ ਵਰਤੋਂ ਕਰਦੇ ਆ, ਕੱਲੀ ਗੱਡੀ ਮੋਟਰਸਾਈਕਲ ਨਹੀਂ। ਹਾਂਜੀ, ਗੁਰਬੀਰ ਤੇ ਪ੍ਰੀਤਮ ਜੋ ਹੱਥ ਖੜਾ ਕਰ ਰਹੇ ਨੇ। ਜੀ ਵੀਰ ਜੀ, ਪੁੱਛਣਾ ਹੈ ਆਪਾਂ ਕੁਝ? ਓਕੇ, ਸ਼ਾਇਦ ਗਲਤੀ ਨਾ ਹੋ ਗਿਆ ਨਾ। ਓਕੇ, ਸੋ ਕੰਟੀਨਿਊ ਕਰਦੇ ਹਾਂ ਸਾਡੇ ਅਗਲੇ ਸਵਾਲਾਂ ਨੂੰ। 7 ਨੰਬਰ ਕੀ ਕਹਿ ਰਿਹਾ? ਲਾ ਸਟਰਾਦਾ, ਕਿ ਸਟਰਾਦਾ ਜੋ ਆ, ਜੇ ਸੜਕ ਜੋ ਆ, è qualsiasi area asfaltata। qualsiasi ਹੁੰਦਾ ਜੋ ਕੋਈ ਵੀ, area ਜਗ੍ਹਾ, asfaltata ਹੁੰਦਾ ਪੱਕੀ ਹੋਵੇ, limitata lateralmente ਹੁੰਦਾ ਸਾਈਡਾਂ। ਕਹਿੰਦੇ ਕਿ ਸਟਰਾਦਾ ਉਹ ਆ ਜੋ ਸਾਈਡਾਂ ਤੋਂ ਪੱਕੇ ਤੌਰ ਤੇ ਬਣਿਆ। ਕਿਹਦੀ ਸਾਈਡਾਂ ਤੋਂ? attraversamenti pedonali, ਪੈਦਲ ਕ੍ਰੋਸਿੰਗ ਦੀ। ਕਿ ਸਟਰਾਦਾ ਉਹ ਹਿੱਸਾ ਆ, ਸਟਰਾਦਾ ਉਹਨੂੰ ਕਹਿੰਦੇ ਆ ਜੋ ਪੈਦਲ ਕ੍ਰੋਸਿੰਗ ਦੀ ਸਾਈਡਾਂ ਤੋਂ ਕੋਈ ਵੀ ਜੋ ਪੱਕਾ ਏਰੀਆ ਹੋਵੇ। ਫਾਲਸੋ, ਸਟਰਾਦਾ ਉਹ ਆ ਜਿਹਦੇ ਅੰਦਰ ਸਾਰਾ ਕੁਝ ਆ। ਇਹ ਸਟਰਾਦਾ ਆ ਜੋ ਸਕਰੀਨ ਤੇ ਆ ਰਿਹਾ। ਸੋ ਸਵਾਲ ਕੀ ਕਰਾਂਗੇ? ਫਾਲਸੋ। ਸਵਾਲ ਨੰਬਰ 8। ਓਕੇ, 7 ਨੰਬਰ ਮੈਂ ਰਿਪੀਟ ਕਰ ਦਿੰਨਾ। ਕੀ ਕਹਿ ਰਿਹਾ ਵੀਰੇ? ਕਹਿੰਦਾ ਕਿ ਸਟਰਾਦਾ, ਹੁਣ ਅਸੀਂ ਪਹਿਲਾਂ 30 ਮਿੰਟ ਦੀ ਵਿਆਖਿਆ ਚ ਕੀ ਸਮਝਾਇਆ? ਸਟਰਾਦਾ ਕੀ ਆ? ਇਹ ਸਾਰਾ ਸਟਰਾਦਾ ਵੀਰੇ, ਸਟਰਾਦਾ ਉਹਨੂੰ ਕਹਿੰਦੇ ਆ ਜਿਹਦੇ ਅੰਦਰ ਸਾਰਾ ਕੁਝ ਸ਼ਾਮਿਲ ਕੀਤਾ ਹੋਇਆ, ਜਿਹਦੇ ਅੰਦਰ ਹਰ ਚੀਜ਼ ਬਣੀ ਹੋਈ ਆ, ਉਹਨੂੰ ਸਟਰਾਦਾ ਕਹਾਂਗੇ। ਠੀਕ ਆ ਜੀ। ਲੇਕਿਨ ਸਵਾਲ ਦਾ ਕਹਿਣ ਦਾ ਮਤਲਬ ਆ ਕਿ ਸਟਰਾਦਾ ਕਿਆ ਹੈ? qualsiasi ਹੁੰਦਾ ਕੋਈ ਵੀ area ਜਗ੍ਹਾ, ਅਸਫਲਤਾਤਾ ਹੁੰਦੀ ਜੋ ਪੱਕੀ ਹੋਵੇ। ਕਿ ਸਟਰਾਦਾ ਉਹ ਆ ਜੋ ਕੋਈ ਵੀ ਜਗ੍ਹਾ ਪੱਕੀ ਹੈ। ਕਿਸ ਪੁਆਇੰਟ ਤੋਂ? limitata lateralmente ਹੁੰਦਾ ਸਾਈਡਾਂ ਤੋਂ। ਕਿਹਦੀ? attraversamenti pedonali, ਪੈਦਲ ਕ੍ਰੋਸਿੰਗ ਦੀ। ਹੁਣ ਪੈਦਲ ਕ੍ਰੋਸਿੰਗ ਕੀ ਸੀਗਾ? ਪੈਦਲ ਕ੍ਰੋਸਿੰਗ ਉਹ ਹਿੱਸਾ ਸੀਗਾ ਜਿੱਥੋਂ ਰੋਡ ਤੋਂ ਪੈਦਲ ਕ੍ਰੋਸ ਕਰਦੇ ਆ। ਕਹਿੰਦਾ ਪੈਦਲ ਕ੍ਰੋਸਿੰਗ ਦੀ ਸਾਈਡਾਂ ਤੋਂ ਜੋ ਹਿੱਸਾ ਪੱਕਾ ਹੋਵੇ ਉਹ ਸਟਰਾਦਾ ਹੁੰਦਾ। ਨੋ, ਸਟਰਾਦਾ ਤੇ ਸਾਰਾ ਆ ਜਿਹਦੇ ਅੰਦਰ ਇਹ ਸਭ ਕੁਝ ਬਣਿਆ। ਸਵਾਲ ਸੀਗਾ ਫਾਲਸੋ। ਲਾ ਸਟਰਾਦਾ, ਕਿ ਜਿਹੜੀ ਸੜਕ ਆ ਨੋਰਮਲmente, ਨੋਰਮਲ ਤੌਰ ਤੇ ਰਿਜ਼ਰਵਾਤਾ, ਇਹਦੀ ਵਰਤੋਂ ਕਰ ਸਕਦੇ ਆ circolazione, ਚੱਲਣ ਦੇ ਲਈ ਸੋਲੀ, ਇਕੱਲੇ, veicoli
animali, veicoli यानी कि जेड़े तां हैगे, vehicle यानी गड्डियां, vehicle, animali या जो जानवर हुंदे आ। कहंदा जेड़ा रोड आ ना इंदी वरतों इकल्ले गड्डियां ते जानवर कर सकदे आ। नो, रोड दी हर किस्म दा vehicle वरतों करदा है। जिद्दां ਅਸੀਂ ਉੱਪਰ ਇੱਕ ਸਵਾਲ ਪੜਿਆ ਨਾ ਕਿ ਰੋਡ ਸਾਰਿਆਂ ਲਈ ਓਪਨ ਆ, ਸੋ ਕਿਸੇ ਖਾਸ ਲਈ ਨਹੀਂ ਹੁੰਦਾ, ਇਹ ਸਾਰਿਆਂ ਲਈ ਹੁੰਦਾ ਆ। 9 ਨੰਬਰ ਸਵਾਲ ਜੋ ਆ, la strada può essere, ਜਿਹੜਾ strada ਆ ਇਹ ਹੋ ਸਕਦਾ senso unico यानी कि वनवे ਦੀ circolazione ਆਵਾਜਾਈ। ਕਹਿੰਦੇ ਕਿ ਜਿਹੜਾ ਸਤਰਾਦਾ ਆ ਕਿਆ ਇਹ ਵਨਵੇਂ ਆਵਾਜਾਈ ਵਾਲਾ ਹੋ ਸਕਦਾ ਹੈ? ਬਿਲਕੁਲ ਹੋ ਸਕਦਾ ਹੈ ਵੇਰੋ, ਲੇਕਿਨ ਅਸੀਂ ਇਹ ਮਾਈਂਡ 'ਚ ਰੱਖਣਾ ਹੈ ਕਿ ਵਨਵੇਂ ਕੀ ਹੁੰਦਾ ਹੈ? ਵਨਵੇਂ ਉਹ ਹੁੰਦਾ ਆ ਜਿੱਥੇ ਗੱਡੀਆਂ ਸਿਰਫ ਇੱਕ ਸਾਈਡ ਨੂੰ ਚੱਲ ਰਹੀਆਂ, ਜਿੱਥੇ ਗੱਡੀਆਂ ਸਿਰਫ ਇੱਕ ਪਾਸੇ ਨੂੰ ਚੱਲਦੀਆਂ ਉਹਨੂੰ ਕਹਿੰਦੇ ਆ ਵਨਵੇਂ ਰੋਡ। ਜਿੱਥੇ ਸਾਹਮਣੇ ਤੋਂ ਕੋਈ ਨਹੀਂ ਆਣਾ, ਇੱਕੋ ਪਾਸੇ ਨੂੰ ਗੱਡੀਆਂ ਚੱਲਦੀਆਂ ਨੇ। ਹਾਂਜੀ ਨਦੀਮ ਭਾਜੀ, ਅਗਰ ਆਪਾਂ ਨੂੰ ਸਾਰੇ ਆਨਸਰ ਪਤਾ ਆ ਤੇ ਪਲੀਜ਼ ਪਹਿਲਾਂ ਨਾ ਕੋਈ ਜਵਾਬ ਦਿਓ, ਕੋਈ ਚੱਕਰ ਨਹੀਂ। ਅਗਰ ਆਪਾਂ ਨੂੰ ਸਾਰੇ ਪਤਾ ਆ ਟੈਨਸ਼ਨ ਫ੍ਰੀ ਰਹੋ, ਫਿਲਹਾਲ ਸਿਰਫ ਸਮਝਣਾ ਆਪਾਂ, ਠੀਕ ਹੈ ਜੀ। ਸਵਾਲ ਨੰਬਰ 9 ਸੀਗਾ ਵੇਰੋ। 10 ਨੰਬਰ ਕਹਿ ਰਿਹਾ ਆ ਲਾ ਸਟਰਾਦਾ, ਜਿਹੜੀ ਸੜਕ ਆ può essere, ਇਹ ਹੋ ਸਕਦੀ ਹੈ ਸੁਦੀਵੀਜ਼ਾ। ਸੁਦੀਵੀਜ਼ਾ ਦਾ ਮਤਲਬ ਹੁੰਦਾ ਆ ਵੱਖ ਕੀਤੀ ਹੋਈ। ਕਰਰੇ ਜਾਤੇ ਸੜਕਾਂ 'ਚ, ਕਹਿੰਦਾ ਜਿਹੜੀ ਸਟਰਾਦਾ ਆ ਇਹਨੂੰ ਕਰਰੇ ਜਾਤਿਆਂ 'ਚ ਡਿਵਾਈਡ ਕੀਤਾ ਹੋ ਸਕਦਾ। ਵੇਰੋ ਜਿੱਦਾਂ ਹੁਣ ਇਹ ਸੜਕ ਆ, ਇਹਦੇ ਵਿੱਚ ਕੀ ਬਣਿਆ? ਡਿਵਾਈਡਰ, ਤੇ ਇਹਨੂੰ ਦੋ ਕਰਰੇ ਜਾਤਿਆਂ 'ਚ ਵੰਡਿਆ ਹੋਇਆ, ਇੱਕ ਕੱਲਾ ਜਾਣ ਲਈ ਤੇ ਇੱਕ ਕੱਲਾ ਆਉਣ ਲਈ। ਇਹਨੂੰ ਵੰਡੇ ਆ, ਤੇ ਵੰਡਿਆ ਕਿਹਦੇ ਨਾਲ ਆ? ਸਪਾਰਤੀ ਟ੍ਰੈਫਿਕੋ ਨਾਲ। ਸੋ ਕਹਿ ਰਿਹਾ ਕਿ ਕਰਰੇ ਜਾਤਾ ਡਿਵਾਈਡ ਹੋ ਸਕਦਾ ਹੈ ਜੀ, ਬਿਲਕੁਲ। ਸਵਾਲ ਆ ਵੇਰੋ। ਹੁਣ ਤੁਸੀਂ ਇੱਥੇ ਇੱਕ ਨਾਰਮਲ ਜੀ ਚੀਜ਼ ਨੋਟ ਕੀਤੀ ਹੋਣੀ ਹੈ ਕਿ ਕੱਲਾ ਸਟਰਾਦਾ ਹੀ ਲਫ਼ਜ਼ ਤੁਸੀਂ ਦੇਖੋ ਹਰ ਸਵਾਲ 'ਚ ਲਿਖਿਆ, ਕੱਲਾ ਸਟਰਾਦਾ। ਕੰਪ੍ਰੈਂਡere ਘੱਟੋ ਘੱਟ 4 ਤੋਂ 5 ਵਾਰੀ ਸੁਣਿਆ। circolazione 4 ਤੋਂ 5 ਵਾਰੀ ਸੁਣਿਆ। ਆਊਟੋ ਵਹੀਕਲੀ 4 ਤੋਂ 5 ਵਾਰੀ ਸੁਣਿਆ। ਮਤਲਬ ਕਿ ਵਰਡ ਉਹੀ ਘੁਮਾ ਘੁਮਾ ਕੇ ਸਾਡੇ ਸਾਹਮਣੇ ਆ ਰਹੇ ਨੇ, ਸਿਰਫ ਸਾਨੂੰ ਧਿਆਨ 'ਚ ਰੱਖਣੀ ਪੈਂਦੀ ਹੈ ਵਿਆਖਿਆ, ਸਵਾਲਾਂ ਦੀ ਵਿਆਖਿਆ ਕੀ ਆ। ਜਿੰਨੇ ਤਾਂ ਦੇਖੋ ਵਿਆਖਿਆ ਸਮਝ ਲਈ, ਉਹਨੂੰ ਜਿੰਨੇ ਮਰਜ਼ੀ ਸਵਾਲ ਸਾਹਮਣੇ ਲਿਖ ਦਿਓ ਜਵਾਬ ਦੇ ਦੇਗਾ, ਕਿਉਂਕਿ ਉਹਨੂੰ ਵਿਆਖਿਆ ਦਾ ਪਤਾ ਹੋਏਗਾ। ਸੋ ਅੱਜ ਅਸੀਂ ਇੱਥੇ ਹੀ ਸਟਾਪ ਕਰਾਂਗੇ, ਜਿਹਦੇ ਵਿੱਚ ਆਪਾਂ ਪਹਿਲਾ ਪਾਰਟ ਪੜ੍ਹਿਆ ਹੈ ਤੇ ਵਿਆਖਿਆ ਨੂੰ ਸਮਝਿਆ ਆ।